ਚੱਲਦਾ। ਸੱਚ ਤਾਂ ਪੁਰ ਜਾਣੀਐ, ਜਾਂ ਰਿਦਾ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੇ ਅਸਾ ਧੋਏ। ਸੱਚ ਤਾਂ ਪੁਰ ਜਾਣੀਐ, ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਐ, ਤਾਂ ਪਾਏ ਮੋਖ ਦੁਆਰ। ਸੱਚ ਤਾਂ ਪੁਰ ਜਾਣੀਐ, ਜਾਂ ਜੁਗਤ ਜਾਣੈ ਜੀਓ। ਧਰਤ ਕਾਇਆ ਸਾਧ ਕੀ, ਵਿੱਚ ਦੇਹ ਕਰਤਾ ਬੀਓ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ। ਇਹ ਜੀਵ ਸੱਚ ਦੀ ਪਛਾਣ ਕਦੋਂ ਕਰ ਸਕਦਾ ਹੈ? ਜਦੋਂ ਇਹਦਾ ਹਿਰਦਾ ਸੁੱਧ ਹੋ ਜਾਵੇ, ਇਹਦੇ ਅੰਦਰ ਜਿਹੜੀ ਜਮਾਂ ਜਮਾਤਰਾਂ ਦੀ ਮਲ ਲੱਗੀ ਹੈ ਉਹ ਨਿਕਲ ਜਾਵੇ, ਫਿਰ ਇਹ ਸੱਚ ਦੀ ਪਛਾਣ ਕਰ ਸਕਦਾ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ। ਸੱਚ ਤਾਂ ਪੁਰ ਜਾਣੀਐ, ਜਾਂ ਹਿਰਦਾ ਸੱਚਾ ਹੋਏ। ਕੂੜ ਕੀ ਮਲ ਉਤਰੈ, ਜਮਾਂ ਜਮਾਤਰਾਂ ਦੀ ਮਲ ਲੱਗੀ ਹੈ। ਮਨ ਕਾਲਾ ਸਾਹ ਹੋਇਆ ਪਿਆ। ਜਿੰਨਾ ਚਿਰ ਇਹ ਲੈਂਦੀ ਨਹੀਂ, ਉਹਨਾਂ ਚਿਰ ਭਾਂਡਾ ਸਾਫ਼ ਨਹੀਂ ਹੁੰਦਾ। ਕਿਸੇ ਬਰਤਨ ਨੂੰ ਮਲ ਲੱਗੀ ਹੋਵੇ, ਜੇ ਉਹਨੂੰ ਚੰਗੀ ਤਰ੍ਹਾਂ ਮਾਂਜੀਏ ਨਾ, ਉਹਨੂੰ ਸਾਫ਼ ਨਾ ਕਰੀਏ, ਜਾਂ ਕਿਸੇ ਸਰਫ ਨਾਲ ਨਾ ਧੋਈਏ, ਤਾਂ ਉਹ ਸਾਫ਼ ਨਹੀਂ ਹੁੰਦੀ। ਇਹ ਜਿਹੜੀ ਮਲ ਲੱਗੀ ਹੈ, ਇਹ ਕਿਵੇਂ ਲਹੇਗੀ? ਬਾਬਾ ਜੀ ਕਿਰਪਾ ਕਰਦੇ ਸੀ। ਆਹ ਸੋਹਣੇ ਦੀਵਾਨ ਵਿੱਚ ਬੈਠ ਕੇ ਘੰਟਾ ਘੰਟਾ, ਡੇਢ ਡੇਢ ਘੰਟਾ ਬਾਬਾ ਜੀ ਨੇ ਵਚਨ ਕਰਨੇ। ਬਾਬਾ ਜੀ ਨੇ ਕਿਰਪਾ ਕਰਨੀ, ਭਾਈ ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵਾ ਕਾ ਰੰਗ। ਜੇ ਅਸੀਂ ਨਾਮ ਜਪਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਬਾਣੀ ਪੜ੍ਹਾਂਗੇ, ਫਿਰ ਇਹ ਮਲ ਲਹੇਗੀ। ਕਈ ਜੀਵ ਇਹ ਵੀ ਕਹਿੰਦੇ ਆ। ਇੱਕ ਅੱਜ ਸਾਡੇ ਕੋਲੇ ਆਇਆ ਸੀ ਭਾਈ, ਬਾਬਾ ਜੀ ਮੈਂ ਪਾਠ ਕਰਦਾ ਪਰ ਮੇਰਾ ਮਨ ਨਹੀਂ ਲੱਗਦਾ। ਬਾਬਾ ਜੀ ਕਿਰਪਾ ਕਰਦੇ ਸੀ, ਜੇ ਮਨ ਨਹੀਂ ਲੱਗਦਾ ਤਾਂ ਪਾਠ ਕਰਨੋਂ ਹਟਣਾ ਨਹੀਂ, ਮਨ ਲੱਗ ਜਾਵੇਗਾ। ਇਹ ਮਨ ਬੜਾ ਕੁਛ ਕਰਦਾ, ਬੜੇ ਹੇਰ ਫੇਰ ਵੀ ਕਰਦਾ, ਸ਼ਰਾਰਤਾਂ ਵੀ ਕਰਦਾ। ਇਹ ਜੀਵ ਨੂੰ ਟਿਕਣ ਨਹੀਂ ਦਿੰਦਾ। ਜਿਵੇਂ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਕਬਹੂ ਜੀਵੜਾ ਉੜ ਊਤ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੂਟਾਂ ਭਾਲੇ। ਇਹ ਤਾਂ ਖੜਦਾ ਹੀ ਨਹੀਂ। ਕਈ ਬੈਠੇ ਇੱਥੇ ਹੁੰਦੇ ਆ, ਫੁਰਨੇ ਬਾਹਰਲੇ ਮੁਲਕਾਂ ਦੇ ਹੁੰਦੇ ਆ। ਇੱਕ ਮਨ ਇੱਕ ਚਿੱਤ ਹੋ ਕੇ ਅਸੀਂ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਵਾਂਗੇ, ਥਾਂ ਦੇਵਾਂਗੇ, ਸਾਡਾ ਹਿਰਦਾ ਸੁੱਧ ਹੋ ਜਾਵੇਗਾ। ਸੱਚ ਤਾਂ ਪੁਰ ਜਾਣੀਐ, ਜਾਂ ਹਿਰਦਾ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ ਧੋਏ। ਇਹਨੂੰ ਅਸੀਂ ਸਾਫ਼ ਕਰਨਾ ਹੈ। ਬਾਣੀ ਪੜ੍ਹ ਕੇ
ਚੰਗੇ ਪੁਰਸ਼ਾਂ ਦੀ ਸੰਗਤ ਕਰਕੇ ਫਿਰ ਸਾਡਾ ਮਨ ਮੰਨੇਗਾ, ਹਾਂ ਬਈ ਆਹ ਵਿਚਾਰ ਸਾਨੂੰ ਚੰਗੇ ਲੱਗਦੇ ਆ, ਇਹ ਸਾਨੂੰ ਸਾਡੇ ਲਈ ਫਾਇਦੇਮੰਦ ਹੈ। ਬਾਬਾ ਜੀ ਨੇ ਬਾਣੀ ਅੰਦਰ ਇਹ ਦ੍ਰਿਸ਼ਟਾਂਤ ਦਿੱਤਾ, ਸੱਚ ਤਾਂ ਪੁਰ ਜਾਣੀਐ ਜਾਂ ਹਿਰਦਾ ਸੱਚਾ ਹੋਏ, ਕੂੜ ਕੀ ਮਲ ਉਤਰੈ। ਕੂੜ ਕੀ ਮਲ ਕਿਹੜੀ ਹੈ? ਜਿਹੜੀ ਸਾਨੂੰ ਚੰਗੇ ਪਾਸੇ ਨਹੀਂ ਲੱਗਣ ਦਿੰਦੀ, ਚੰਗੇ ਵਿਚਾਰ ਨਹੀਂ ਸੁਣਨ ਦਿੰਦੀ, ਸਾਡੇ ਮਨ ਨੂੰ ਹੋਰ ਪਾਸੇ ਲਈ ਫਿਰਦੀ ਹੈ। ਉਹ ਜਿਹੜੀ ਮਲ ਲੱਗੀ ਹੋਈ ਹੈ ਉਹ ਲੈਣੀ ਚਾਹੀਦੀ ਹੈ। ਕੂੜ ਕੀ ਮਲ ਉਤਰੈ ਤਨ ਕਰੇ ਅਸਾ ਧੋਏ। ਸੱਚ ਤਾਂ ਪੁਰ ਜਾਣੀਐ ਜਾਂ ਸੱਚ ਧਰੇ ਪਿਆਰ। ਅਸੀਂ ਗੁਰੂ ਘਰ ਵਿੱਚ ਆਉਨੇ ਆ, ਸਾਡੀ ਸਰਧਾ ਬਣੀ ਹੋਵੇ, ਸਾਡਾ ਪਿਆਰ ਬਣਿਆ ਹੋਵੇ, ਅਸੀਂ ਆ ਕੇ ਕੋਈ ਸੇਵਾ ਕਰੀਏ, ਕੋਈ ਪੱਥਰ ਸਾਫ਼ ਕਰੀਏ, ਕੋਈ ਝਾੜੂ ਮਾਰੀਏ, ਕੋਈ ਸਿਮਰਨ ਕਰੀਏ, ਬਹਿ ਕੇ ਕੁਛ ਨਾ ਕੁਛ ਇਹਨਾਂ ਹੱਥਾਂ ਪੈਰਾਂ ਨੂੰ ਸਬਲੇ ਕਰੀਏ। ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਇਹ ਸਰੀਰ ਵੀ ਸਫਲ ਹੋ ਜਾਂਦਾ। ਸੱਚ ਤਾਂ ਪੁਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਕਿਹਦਾ ਨਾਉ ਸੁਣ ਕੇ ਮਨ ਰਹਿਸਦਾ ਹੈ? ਗੁਰਬਾਣੀ ਗੁਰੂਆਂ ਦੀ ਉਸਤਤ ਸੁਣ ਕੇ ਮਨ ਰਹਿਸਦਾ ਹੈ, ਭਾਵਨਾ ਬਣਦੀ ਹੈ, ਮਨ ਨੂੰ ਸ਼ਾਂਤੀ ਆਉਂਦੀ ਹੈ, ਮਨ ਨੂੰ ਖੁਸ਼ੀ ਆਉਂਦੀ ਹੈ, ਮਨ ਨੂੰ ਪ੍ਰਸੰਨਤਾ ਮਿਲਦੀ ਹੈ। ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪੁਰ ਜਾਣੀਐ ਜਾਂ ਜੁਗਤ ਜਾਣੈ ਜੀਓ। ਇਹ ਜੀ ਨੂੰ ਜੁਗਤੀ ਆਉਂਦੀ ਹੋਵੇ, ਕਿੱਥੋਂ ਮਿਲੇਗੀ ਜੁਗਤੀ? ਜਿਹਦੇ ਆਪ ਹੀ ਅੰਦਰ ਘਾਹ ਫੂਸ ਹੈ, ਉਹ ਸਾਨੂੰ ਜੁਗਤੀਆਂ ਕੀ ਦੱਸ ਦੇਗਾ? ਆਪ ਹੀ ਬਿਜ਼ਨਸਮੈਨ ਬਣਿਆ, ਸਾਨੂੰ ਬਿਜ਼ਨਸਮੈਨ ਦੀਆਂ ਗੱਲਾਂ ਤਾਂ ਦੱਸ ਦੇਵੇਗਾ, ਤੇ ਗੁਰੂ ਨਾਲ ਜੋੜਨ ਦੀਆਂ ਕਿਵੇਂ ਦੱਸੇਗਾ? ਪਹਿਲਾਂ ਆਪਣਾ ਅੰਦਰ ਸੁੱਧ ਹੋਵੇਗਾ ਤਾਂ ਦੱਸੇਗਾ। ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪੁਰ ਜਾਣੀਐ ਜਾਂ ਜੁਗਤ ਜਾਣੈ ਜੀਓ। ਧਰਤ ਕਾਇਆ ਸਾਧ ਕੇ। ਧਰਤ ਕਿਹਾ ਧਰਤੀ ਨੂੰ। ਅਸੀਂ ਕੋਈ ਚੀਜ਼ ਬੋਨੇ ਆ, ਉਸ ਜ਼ਮੀਨ ਨੂੰ ਸਾਫ਼ ਸੁਥਰੀ ਕਰਦੇ ਆ, ਉਹ 'ਚੋਂ ਘਾਹ ਫੂਸ ਚੁਗਦੇ ਆ। ਫਿਰ ਮਨ ਮੰਨਦਾ ਜ਼ਿਮੀਂਦਾਰ ਦਾ, ਬਈ ਹੁਣ ਇਹਦੇ ਵਿੱਚ ਮੈਂ ਦਾਣੇ ਬੋਵਾਂ। ਫਿਰ ਇੱਕ ਇੱਕ ਦਾਣੇ ਤੋਂ ਸੈਂਕੜੇ ਹੁੰਦੇ ਆ, ਇੱਕ ਇੱਕ ਬੇਲ ਤੋਂ ਟੋਕਰੇ ਲੈਂਦੇ ਆ, ਟੋਕਰੇ ਸਬਜ਼ੀਆਂ ਦੇ। ਜ਼ਮੀਨ ਜੋ ਸਾਫ਼ ਸੁਥਰੀ ਵਿੱਚ ਬੀਜੀ ਗਈ। ਧਰਤ ਬਾਬਾ ਜੀ ਨੇ ਬਾਣੀ ਅੰਦਰ ਦ੍ਰਿਸ਼ਟਾਂਤ ਦਿੱਤਾ ਹੈ। ਧਰਤ, ਧਰਤ ਕਿਹਾ ਧਰਤੀ ਨੂੰ। ਧਰਤ ਕਾਇਆ, ਕਾਇਆ ਕਿਹਾ ਸਰੀਰ ਨੂੰ। ਧਰਤ ਕਾਇਆ ਸਾਧ ਕੇ। ਇਹਨੂੰ ਸਾਧ ਕੇ ਇਹਦੇ ਵਿੱਚ ਕਿਹੜਾ ਬੀਜ ਬੀਜਣਾ ਹੈ?
ਜਿਵੇਂ ਜ਼ਿਮੀਂਦਾਰ ਧਰਤੀ ਵਿੱਚ ਬੀਜ ਬੋਂਦਾ ਹੈ, ਇਵੇਂ ਜਿਵੇਂ ਅਸੀਂ ਆਪਣੀ ਕਾਇਆ ਸਰੀਰ ਵਿੱਚ ਪਹਿਲਾਂ ਇਹਨੂੰ ਸਾਧ ਕੇ ਫਿਰ ਇਹਦੇ ਵਿੱਚ ਕਰਤੇ ਦਾ ਬੀਜ ਬੀਜਣਾ, ਬਾਣੀ ਨੂੰ ਆਪਣੇ ਅੰਦਰ ਰਾਹ ਦੇਣਾ, ਬਾਣੀ ਨੂੰ ਆਪਣੇ ਅੰਦਰ ਵਸਾਉਣਾ। ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਏਕ ਅੱਖਰ ਹਰ ਮਨ ਵਸੇ, ਨਾਨਕ ਹੋਤ ਨਿਹਾਲ, ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਪਰ ਬਸ ਜਾਵੇ, ਜਿਹਦੇ ਅੰਦਰ ਵਸਿਆ ਉਹ ਫਿਰ ਭਾਈ ਗਾਹਾਂ ਵੀ ਕੁਛ ਕਰ ਸਕਦਾ। ਇਸ ਲਈ ਗੁਰਮੁਖ ਪਿਆਰਿਓ, ਅੱਜ ਪੂਰਨਮਾਸੀ ਦਾ ਦਿਹਾੜਾ, ਇਹ ਸਾਨੂੰ ਮਹੀਨੇ ਬਾਅਦ ਪੁੰਨਿਆਂ ਦਾ ਦਿਹਾੜਾ ਆਉਂਦਾ ਹੈ। ਕਿੰਨੀਆਂ ਸੰਗਤਾਂ ਪਿਆਰ ਨਾਲ, ਅੱਜ ਸਵੇਰ ਤੋਂ ਬੜੀ ਸੰਗਤ ਆਈ, ਜਿਹੜੇ ਸਵੇਰੇ ਆਏ ਦੁਪਹਿਰ ਨੂੰ ਚਲੇ ਗਏ, ਜਿਹੜੇ ਦੁਪਹਿਰ ਤੋਂ ਆਏ ਉਹਨਾਂ ਨੇ ਰਾਤ ਦਾ ਨਜ਼ਾਰਾ ਵੇਖਿਆ। ਬਾਬਾ ਜੀ ਇਹ ਕਿਰਪਾ ਕਰਦੇ ਸੀ, ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ। ਬਾਬਾ ਜੀ ਕੋਲੇ ਕਿਸੇ ਨੇ ਬੇਨਤੀ ਕਰ ਦਿੱਤੀ, ਬਾਬਾ ਜੀ ਆਪ ਜੀ ਜੇ ਦਿਨੇ ਪੁੰਨਿਆ ਲਾ ਲਿਆ ਕਰੋ ਤਾਂ ਲੋਕ ਦਿਨੇ ਦਿਨੇ ਚਲੇ ਜਾਇਆ ਕਰਨ। ਬਾਬਾ ਜੀ ਕਹਿੰਦੇ ਨਹੀਂ ਭਾਈ, ਜੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ, ਅਸੀਂ ਲੋਕਾਂ ਦਾ ਕੰਮ ਨਹੀਂ ਛਡਾਉਂਦੇ। ਜਿਹੜੇ ਹਜ਼ਾਰਾਂ ਲੱਖਾਂ ਲੋਕ ਆਉਂਦੇ ਆ, ਇਹੀ ਦਿਨੇ ਕੰਮ ਕਰਦੇ ਆ, ਰਾਤ ਨੂੰ ਆ ਕੇ ਦੀਵਾਨ ਸੁਣਦੇ ਆ। ਤੇ ਜੇ ਦਿਨੇ ਆਉਣਗੇ ਰਾਤ ਨੂੰ ਸੌਣਗੇ, ਦਿਹਾੜੀ ਮਰ ਗਈ ਨਾ। ਬਾਬਾ ਜੀ ਕਹਿੰਦੇ ਅਸੀਂ ਦਿਹਾੜੀ ਨਹੀਂ ਮਾਰਨੀ, ਕੰਮਕਾਰ ਕਰਕੇ ਬੰਦਾ ਵਿਹਲਾ ਹੋ ਕੇ ਫਿਰ ਗੁਰੂ ਘਰ ਵਿੱਚ ਆਉਂਦਾ ਹੈ, ਆ ਕੇ ਇੱਥੇ ਸਾਰੀ ਰਾਤ ਬੈਠ ਕੇ ਕਥਾ ਕੀਰਤਨ ਵਿਚਾਰਾਂ ਸੁਣਦਾ ਹੈ। ਤੇ ਫਿਰ 2-3 ਵਜੇ ਜਦੋਂ ਦੁਬਾਰੇ ਕੀਰਤਨ ਸ਼ੁਰੂ ਹੁੰਦਾ ਹੈ, ਘਰਾਂ ਨੂੰ ਵੀ ਜਾਣ ਲੱਗ ਜਾਂਦੇ ਆ। ਜਾ ਕੇ 2 ਘੰਟੇ ਆਰਾਮ ਕਰਕੇ ਦਿਨੇ ਫੇਰ ਹਲ ਵਾਹੁਣ ਲੱਗ ਜਾਣੇ, ਕੰਮਕਾਰ ਕਰਨ ਲੱਗ ਜਾਣੇ। ਤੇ ਬਾਬਾ ਜੀ ਨੇ ਕਿਰਪਾ ਕਰਨੀ। ਇਸ ਲਈ ਭਾਈ ਅਸੀਂ ਵੀ ਜ਼ਿਮੀਂਦਾਰ ਹਾਂ, ਪਰ ਅਸੀਂ ਕੰਮ ਨਹੀਂ ਛਡਾਉਣੇ। ਕੰਮ ਕਰਨਾ ਬੰਦੇ ਦਾ ਕਰਮ ਹੈ। ਹੁਣ ਸਾਡੇ ਨੌਜਵਾਨ ਬੜੇ ਵਿਹਲੇ ਰਹਿਣ ਲੱਗੇ, ਕੰਮਾਂ ਕਾਰਾਂ ਦਾ ਵੱਲ ਧਿਆਨ ਨਹੀਂ, ਨੌਕਰਾਂ ਵਗੈਰਾ ਤੋਂ ਕੰਮ ਕਰਾਉਂਦੇ ਆ। ਫਿਰ ਕਹਿਣਗੇ ਅਸੀਂ ਕਰਜ਼ਈ ਹੋ ਗਏ। ਕਰਜ਼ਈ ਬੰਦਾ ਕਦੋਂ ਹੁੰਦਾ? ਜਦੋਂ ਬੰਦਾ ਮਿਹਨਤ ਨਾ ਕਰੇ। ਰੱਬ ਵੱਲੋਂ ਵੀ ਕਰਜ਼ਈ ਉਦੋਂ ਹੁੰਦਾ, ਦੁਨਿਆਵੀ ਪਾਸਿਓਂ ਵੀ ਕਰਜ਼ਈ ਉਦੋਂ ਹੁੰਦਾ। ਰੱਬ ਵੱਲੋਂ ਕਰਜ਼ਈ ਕਦੋਂ ਹੁੰਦਾ? ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰਨਾ, ਕੋਈ ਬਾਣੀ ਨਹੀਂ ਪੜ੍ਹਨੀ, ਸਦੇਹਾ ਉੱਠਣਾ ਹੀ ਨਹੀਂ, ਬਿਸਤਰਿਆਂ 'ਚ ਬੈਠਿਆ ਨਹੀਂ, 2-4 ਗੇਰੀ ਚਾਹ ਮੰਗਣੀ ਹੈ, ਉਹ ਵੀ ਮਾਈਆਂ ਨੂੰ ਕਹਿਣਾ ਲਿਆ ਕੇ ਦੇਵੋ, ਫਿਰ ਹੌਲੀ ਹੌਲੀ ਉੱਠਣਾ। ਨਾ ਬਈ, ਬਾਬਾ ਜੀ ਦਾ ਬਚਨ ਸੀ ਅੰਮ੍ਰਿਤ ਵੇਲੇ ਦਾ ਜਾਗਣਾ। ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚਿੱਤ। ਅੰਮ੍ਰਿਤ ਵੇਲਾ ਅਸੀਂ ਗਵਾਉਣਾ ਨਹੀਂ। ਤੇ ਦੁਨਿਆਵੀ ਵਿੱਚ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠਦੇ ਸੀ,
ਉਦੋਂ ਆ ਘੜੀਆਂ ਤਾਂ ਹੁੰਦੀਆਂ ਨਹੀਂ ਸੀ, ਇਹ ਤਾਂ ਥੋੜ੍ਹੇ ਚਿਰ ਦਾ ਕੰਮ ਹੀ ਹੈ। ਉਦੋਂ ਤਾਰਿਆਂ ਦੇ ਹਿਸਾਬ ਨਾਲ ਉੱਠਦੇ ਸੀ। ਸਦੇਹਾ ਉੱਠਣਾ, ਚਾਹ ਪਾਣੀ ਛਕ ਕੇ, ਤੇ ਚਾਹ ਪਾਣੀ ਨਹੀਂ ਤਾਂ ਦੁੱਧ ਦੱਧ ਪੀ ਕੇ ਹਲ ਜੋੜ ਲੈਣਾ। ਦਿਨ ਚੜ੍ਹਦੇ ਨੂੰ 9-10 ਵੱਜਦੇ ਨੂੰ ਕਿੱਲਾ ਡੇਢ ਕਿੱਲਾ ਵਾਹ ਆਉਣਾ। ਜੇ 1 ਕਿੱਲਾ ਵਾਹੀਏ ਤਾਂ 10 ਕਿਲੋਮੀਟਰ ਬਾਟ ਬਣ ਜਾਂਦੀ ਹੈ, 10 ਕਿਲੋ। ਤੇ ਇਸ ਤਰ੍ਹਾਂ ਭਾਈ ਜ਼ਿਮੀਂਦਾਰ ਇੰਨੀ ਮਿਹਨਤ ਕਰਦੇ ਸੀ ਤਾਂ ਉਹ ਕਾਇਮ ਸੀ। ਉਹਨਾਂ ਨੂੰ ਕੋਈ ਅਟੈਕ ਵੀ ਨਹੀਂ ਸੀ ਹੁੰਦਾ, ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀ ਲੱਗਦੀ। ਹੁਣ ਅੰਦਰ ਬੈਠੇ ਵਿਹਲਿਆਂ ਨੂੰ ਬਿਮਾਰੀਆਂ ਲੱਗੀ ਜਾਂਦੀਆਂ। ਕਿਉਂ ਲੱਗਦੀ ਹੈ? ਅਸੀਂ ਆਪਣੇ ਸਰੀਰ ਨੂੰ 2 ਟਾਈਮ ਮੁੜਕਾ ਦੇਈਏ, ਮਿਹਨਤ ਕਰੀਏ, ਘਰ ਦੇ ਕੰਮਾਂ ਦਾ ਮਿਹਣਾ ਨਹੀਂ ਹੁੰਦਾ। ਨੌਜਵਾਨ ਬੱਚੇ ਆ, ਬੱਚੀਆਂ, ਘਰਦਿਆਂ ਨਾਲ ਹੱਥ ਵਟਾਈਏ, ਜ਼ਿਮੀਂਦਾਰੇ ਵਿੱਚ ਕੰਮਕਾਰ ਕਰੀਏ। ਦੇਖੋ ਆਟੋਮੈਟਿਕ ਹੀ ਬੰਦਾ ਤਕੜਾ ਹੋ ਜਾਂਦਾ ਹੈ। ਇਸ ਲਈ ਇਹ ਜਿਹੜੀ ਮਿਹਨਤ ਹੈ ਇਹ ਛੱਡਣੀ ਨਹੀਂ। ਨਾ ਅੰਮ੍ਰਿਤ ਵੇਲਾ, ਫਿਰ ਉਹ ਬੰਦਾ ਜਿਹੜਾ ਉਹ ਗਰੀਬ ਨਹੀਂ ਹੁੰਦਾ, ਉਹ ਸਦਾ ਲਈ ਤਕੜਾ ਹੁੰਦਾ। ਬਾਬਾ ਜੀ ਕਿਰਪਾ ਕਰਦੇ ਸੀ, ਬਾਬਾ ਈਸਰ ਸਿੰਘ ਜੀ ਮਹਾਰਾਜ, ਜਿਹੜਾ ਨੌਕਰ 16 ਆਨੇ ਦੇ 16.25 ਆਨੇ ਕੰਮ ਕਰਦਾ ਹੈ, ਕੀ ਉਹਨੂੰ ਮਾਲਕ ਹਟਾ ਦੇਵੇਗਾ? ਕਦੇ ਵੀ ਨਹੀਂ ਹਟਾਉਂਦਾ। ਉਹਦੀ 10 ਬੰਦਿਆਂ ਕੋਲੇ ਉਸਤਤ ਕਰੇਗਾ, ਇਹ ਬੜਾ ਚੰਗਾ ਹੈ, ਇਹ ਕੰਮ ਆਪਦੇ ਵਿੱਤ ਤੋਂ ਵੱਧ ਕਰਦਾ ਹੈ, ਟਾਈਮ ਸਿਰ ਆਉਂਦਾ ਹੈ, ਟਾਈਮ ਸਿਰ ਜਾਂਦਾ ਹੈ, ਇਹ ਬੜੀ ਮਿਹਨਤ ਕਰਦਾ। ਤੇ ਜਿਹੜੇ ਕੰਮ ਟੋਲ ਕਰਦੇ ਆ, ਦਿਹਾੜੀ ਜਾਣਾ, 3-4 ਘੰਟੇ ਤੁਰ ਫਿਰ ਕੇ ਲੰਘਾ ਦੇਣੇ, ਖਾਣ ਪੀਣ 'ਚ ਲੰਘਾ ਦੇਣੇ, ਤੇ ਕੰਮ ਵੀ ਸਹੀ ਨਾ ਕਰਨਾ, ਫਿਰ ਉਹਨਾਂ 'ਤੇ ਮਾਲਕ ਕਿਵੇਂ ਖੁਸ਼ ਹੋਵੇਗਾ? ਇਹੀ ਕੰਮ ਗੁਰੂ ਘਰ ਦਾ ਹੈ। ਅਸੀਂ ਗੁਰੂ ਘਰ ਵਿੱਚ ਰਹਿਣ ਵਾਲੇ ਜੇ ਆਪਣੀਆਂ ਡਿਊਟੀਆਂ 'ਤੇ ਕਾਇਮ ਹੈ, ਆਪਣੀ ਮਰਜ਼ਾਦਾ 'ਤੇ ਕਾਇਮ ਹੈ, ਤਾਂ ਸਾਡੇ 'ਤੇ ਬਾਬਾ ਜੀ ਦੀ ਪ੍ਰਸੰਨਤਾ ਹੈ। ਜੇ ਅਸੀਂ ਮਰਜ਼ਾਦਾ ਦੇ ਕਾਇਮ ਨਹੀਂ, ਅਸੀਂ ਡਿਊਟੀਆਂ 'ਤੇ ਕਾਇਮ ਨਹੀਂ, ਅਸੀਂ ਹੇਰਾ ਫੇਰੀ ਕਰਦੇ ਹਾਂ, ਫਿਰ ਬਾਬਾ ਜੀ ਦੀ ਖੁਸ਼ੀ ਨਹੀਂ ਹੋ ਸਕਦੀ। ਬਾਬਾ ਜੀ ਕਿਰਪਾ ਕਰਦੇ ਸੀ, ਭਾਈ ਜਿਹੜਾ ਇਸ ਘਰ ਵਿੱਚ ਆ ਗਿਆ ਉਹਦਾ ਕਹੇ ਜਿਹਾ ਮਨ ਹੋਣਾ ਚਾਹੀਦਾ ਹੈ, ਉਹਦੀ ਦ੍ਰਿਸ਼ਟੀ ਕਹੇ ਜੀ ਹੋਣੀ ਚਾਹੀਦੀ ਹੈ। ਪਹਿਲਾਂ ਦ੍ਰਿਸ਼ਟੀ ਦਾ ਬਚਨ ਕਰਦੇ ਸੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣੇ। ਬਰਾਬਰ ਦੀਆਂ ਨੂੰ ਭੈਣਾਂ ਸਮਝਣਾ, ਵੱਡੀਆਂ ਨੂੰ ਮਾਵਾਂ ਸਮਝਣਾ, ਛੋਟੀਆਂ ਨੂੰ ਬੱਚੀਆਂ ਸਮਝਣਾ, ਇਹ ਸਾਡੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਦ੍ਰਿਸ਼ਟੀ ਤੇ ਬਾਬਾ ਜੀ ਕਹਿੰਦੇ ਜੇ ਵਿੱਚ ਹੀ ਅੱਗੇ ਪਿੱਛੇ ਵੱਜਦਾ ਫਿਰਦਾ ਹੈ, ਕੀ ਉਹਦੀ ਸਹੀ ਦ੍ਰਿਸ਼ਟੀ ਹੈ? ਨਹੀਂ। ਜਿਹੜੀ ਬਾਬਾ ਜੀ ਨੇ ਸਾਨੂੰ ਮਰਜ਼ਾਦਾ ਸਿਖਾਈ ਹੈ, ਸਾਨੂੰ ਉਹ ਮਰਜ਼ਾਦਾ ਵਿੱਚ ਰਹਿਣਾ ਚਾਹੀਦਾ ਹੈ। ਬਾਬਾ ਜੀ ਦੀ ਕਿਉਂ ਸੋਭਾ ਹੋ ਰਹੀ ਹੈ? ਬਾਬਾ ਆਨੰਦ ਸਿੰਘ ਜੀ ਦੀ ਕਿਉਂ ਸੋਭਾ ਹੈ? ਸਾਡੇ ਰਾਗੀ ਸਿੰਘ ਭਗਤਾਂ ਦੇ ਨਾਂ ਲੈ ਰਹੇ ਸੀ। ਮੁਬਾਰਕਬਾਦ ਉਹਨਾਂ ਭਗਤਾਂ ਨੂੰ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਹੈ। ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ
ਆ ਕਲਯੁਗ ਦੇ ਰਾਜ ਵਿੱਚ ਕਿੰਨੀ ਭਗਤੀ ਕੀਤੀ ਹੈ। ਗੁਰੂ ਨਾਨਕ ਨੂੰ ਪ੍ਰਸੰਨ ਕਰ ਲੈਣਾ, ਗੁਰੂ ਨਾਨਕ ਦੇ ਦਰਸ਼ਨ ਕਰ ਲੈਣੇ, ਕਿਤੇ ਛੋਟਾ ਜਿਹਾ ਬਚਨ ਹੈ ਤੇ ਉਹ ਪ੍ਰਾਪਤੀ ਕਰ ਲੈਣੀ। ਹਰ ਕਾ ਸੇਵਕ ਹਾਰੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਸੇਵਾ ਕੀਤੀ ਬਾਬਾ ਆਨੰਦ ਸਿੰਘ ਜੀ ਦੀ। ਉਦੋਂ ਬਥੇਰੇ ਹਜੂਰੀਏ ਸੀ, ਉਹ ਵੀ ਸਾਰੇ ਚੰਗੇ ਸੀ। ਕਿਉਂ? ਜਿਹੜਾ ਬਾਬਾ ਜੀ ਦਾ ਪਰਿਵਾਰ, ਬਾਬਾ ਜੀ ਦੇ ਪੁੱਤਰ, ਬਾਬਾ ਜੀ ਦੀ ਸੇਵਾ ਕਰਨ ਵਾਲੇ, ਬਾਬਾ ਜੀ ਸਾਰਿਆਂ ਨਾਲ ਪਿਆਰ ਕਰਦੇ ਸੀ। ਪਰ ਉਹਨਾਂ ਦੇ ਵਿੱਚੋਂ ਸਿਫਤ ਦਾ ਖਜ਼ਾਨਾ ਕਿਹਨੂੰ ਮਿਲਿਆ? ਬਾਬਾ ਜੀ ਦੀ ਸ਼ਕਤੀ ਕਿਹਨੂੰ ਮਿਲੀ? ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੂੰ। ਬਾਬਾ ਜੀ ਨੇ ਥੋੜੇ ਸਮੇਂ ਵਿੱਚ 20 ਸਾਲਾਂ ਵਿੱਚ 63 ਤੋਂ 43 ਤੋਂ ਲੈ ਕੇ 63 ਤੱਕ 7.5 ਲੱਖ ਬੰਦੇ ਨੂੰ ਅੰਮ੍ਰਿਤ ਛਕਾਇਆ। ਕਿਹਦਾ ਕੰਮ ਕੀਤਾ ਹੈ? ਕਲਗੀਆਂ ਵਾਲੇ ਗੁਰੂ ਦਾ ਕੰਮ ਕੀਤਾ ਹੈ। ਆ ਸੋਹਣੇ ਸਥਾਨ ਬਣਾਤੇ, ਆ ਸੋਹਣੀਆਂ ਜਗ੍ਹਾ। ਅੱਜ ਸਾਰਾ ਪਰਿਵਾਰ ਇਹ ਕਿਹਦਾ ਵੱਜਦਾ ਹੈ? ਇਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਵੱਜਦਾ ਹੈ। ਜਿਹੜੇ 3 ਮਹਾਂਪੁਰਸ਼ ਉਹ ਕਿਹਦੇ ਵੱਜਦੇ ਸੀ? ਉਹ ਵੀ ਬਾਬਾ ਈਸਰ ਸਿੰਘ ਜੀ ਮਹਾਰਾਜ ਦੇ। ਸਾਰੀਆਂ ਜ਼ਿੰਦਗੀਆਂ ਲਾਤੀਆਂ। ਤੁਹਾਨੂੰ ਦੱਸ ਰਹੇ ਸੀ ਰਾਗੀ ਸਿੰਘ ਵੀ ਬਾਬਾ ਕੁੰਦਨ ਸਿੰਘ ਜੀ ਦਾ ਜਨਮ ਦਿਹਾੜਾ ਹੈ, ਤੇ ਇਸ ਤਰ੍ਹਾਂ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ, ਜਿਵੇਂ ਬਾਬਾ ਆਨੰਦ ਸਿੰਘ ਜੀ ਦਾ ਸ਼ੇਰਪੁਰੇ ਮਨਾਇਆ ਜਾਂਦਾ ਹੈ, ਤੇ ਬਾਬਾ ਈਸਰ ਸਿੰਘ ਜੀ ਦਾ ਝੋਰਣਾ ਮਨਾਇਆ ਜਾਂਦਾ ਹੈ 13 ਮੰਜ਼ਲੇ ਸਥਾਨ ਤੇ ਬਾਬਾ ਨਰਾਇਣ ਸਿੰਘ ਜੀ ਦਾ ਉਹਨਾਂ ਦੇ ਪਿੰਡ ਮਾਣੂ ਕੀ ਜੌੜੀਆਂ ਗੁਰਦੁਆਰੇ, ਢੰਡਿਆਣਾ ਸਾਹਿਬ ਗੁਰਦੁਆਰਾ, ਸਾਰਾ ਪਿੰਡ ਹੀ ਲੱਗਿਆ ਹੋਇਆ ਨਾਲ। ਪਿਆਰ ਹੈ ਪਿੰਡ ਦਾ, ਸਰਦਾ ਪਿੰਡ ਦੀ, ਭਾਵਨਾ ਪਿੰਡ ਦੀ, ਬਈ ਸਾਡੇ ਪਿੰਡ ਦੇ ਮਹਾਂਪੁਰਸ਼ ਹੈ ਬਾਬਾ ਨਰਾਇਣ ਸਿੰਘ ਜੀ ਮਹਾਰਾਜ। ਇਸ ਲਈ ਭਾਈ ਮਹਾਂਪੁਰਸ਼ਾਂ ਨੇ ਆਪਣੀਆਂ ਜ਼ਿੰਦਗੀਆਂ ਲਾਤੀਆਂ ਬਾਬਾ ਜੀ ਦੇ ਚਰਨਾਂ ਵਿੱਚ, ਤੇ ਇਹ ਤਾਂ ਉਹਨਾਂ ਲਈ ਮੁਬਾਰਕਬਾਦ ਦਿਨ ਹੈ ਸਾਰਿਆਂ ਲਈ। ਤੇ ਇਸ ਤਰ੍ਹਾਂ ਭਾਈ ਜਿਵੇਂ ਗੁਰੂ ਅਮਰਦਾਸ ਜੀ ਦਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਅਮਰਦਾਸ ਜੀ ਮਹਾਰਾਜ ਕੇਰਾਂ ਦਾ ਜ਼ਿਕਰ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲੇ, ਦੂਜੇ ਪਾਤਸ਼ਾਹ ਕੋਲ ਇੱਕ ਗੁਰਮੁਖ ਪਿਆਰਾ ਆਇਆ, ਭਾਈ ਗੋਂਦਾ ਖੱਤਰੀ। ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਬੜਾ ਦੁਖੀ ਹਾਂ। ਅਸੀਂ ਜੇ ਪਿੰਡ ਵਸਾਉਣਾ ਚਾਹੁੰਦੇ ਹਾਂ, ਕੰਧਾਂ ਢਹਿ ਜਾਂਦੀਆਂ, ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਤੁਸੀਂ ਚਾਰਨ ਪਾਓ, ਉਹ ਜਗ੍ਹਾ 'ਤੇ ਪਿੰਡ ਵਸਾਓ, ਕਿਰਪਾ ਕਰੋ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਜੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਦੀ ਡਿਊਟੀ ਲਾ ਦਿੱਤੀ, ਬਈ ਪੁਰਸ਼ੋ ਤੁਸੀਂ ਜਾਓ, ਉੱਥੇ ਜਾ ਕੇ ਜਦੋਂ ਤੁਸੀਂ ਜਾਓਗੇ ਸਭ ਚੀਜ਼ਾਂ ਨੱਸ ਜਾਣਗੀਆਂ, ਸਭ ਸ਼ਕਤੀਆਂ ਤੁਹਾਡੇ ਅੱਗੇ ਪਿੱਛੇ ਹੋਣਗੀਆਂ, ਤੁਸੀਂ ਜਾ ਕੇ ਉਹ ਜਗ੍ਹਾ ਨੂੰ ਵਸਾਓ। ਫਿਰ ਧੰਨ ਧੰਨ ਗੁਰੂ ਅਮਰਦਾਸ ਜੀ ਉੱਥੇ ਗਏ, ਉਹਨਾਂ ਨੇ ਜਾ ਕੇ ਸਾਰੀਆਂ ਕੀਤੀਆਂ।
ਬਹੁਤ ਸੋਹਣੀਆਂ ਜਗ੍ਹਾ ਬਣਵਾਈਆਂ। ਤੇ ਜਿਹੜਾ ਭਾਈ ਗੋਂਦਾ ਗੁਰੂ ਸਾਹਿਬ ਨੂੰ ਲੈ ਕੇ ਗਿਆ ਸੀ, ਫਿਰ ਇੱਕ ਗੁਰੂ ਸਾਹਿਬ ਨੇ ਉੱਥੇ ਬੌਲੀ ਸਾਹਿਬ ਬਣਾਇਆ, ਜਿਹਦੀਆਂ 84 ਪੌੜੀਆਂ ਰੱਖੀਆਂ। ਬੜੇ ਮਜ਼ਦੂਰ ਲਾਏ, ਬੜੀ ਤੇਜ਼ੀ ਨਾਲ ਜਗ੍ਹਾ ਬਣਾਈ। ਫਿਰ ਗੁਰੂ ਅਮਰਦਾਸ ਜੀ ਨੇ ਉੱਥੇ ਵਰ ਦਿੱਤਾ, ਬਈ ਜਿਹੜਾ ਭਾਈ ਇੱਥੇ ਗੁਰਮੁਖ ਪਿਆਰਾ ਆਵੇਗਾ, ਇੱਕ ਪੌੜੀ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੇਗਾ, 84 ਪੌੜੀਆਂ ਤੇ 84 ਪਾਠ ਕਰੇਗਾ, ਫਿਰ ਇੱਥੇ ਇਸ਼ਨਾਨ ਕਰੇਗਾ, ਉਹਦੀ 84 ਕੱਟੀ ਜਾਵੇਗੀ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕਰ ਦਿੱਤਾ। ਉੱਥੇ ਬੋਰੀ ਸਾਹਿਬ ਬਣਿਆ। ਫਿਰ ਭਾਈ ਗੋਂਦਾ ਜਿਹੜਾ ਖੱਤਰੀ ਸੀ, ਉਹਦੇ ਨਾਂ 'ਤੇ ਹੀ ਗੋਇੰਦਵਾਲ ਸਾਹਿਬ ਉਹ ਜਗ੍ਹਾ ਦਾ ਨਾਂ ਬਣ ਗਿਆ। ਅੱਜ ਉੱਥੇ ਗੁਰੂਆਂ ਦੇ ਨਾਂ ਪੈਂਦੇ ਆ। ਤੇ ਇਸ ਲਈ ਗੁਰੂ ਪਿਆਰਿਓ, ਗੁਰੂ ਤੀਜੇ ਪਾਤਸ਼ਾਹ ਕਿੱਥੇ ਹੈ? ਤੀਜੇ ਗੁਰੂ ਨਾਨਕ ਅੱਜ ਕਿੱਥੇ ਹੈ? 10 ਗੁਰੂ ਕਿਤੇ ਗਏ ਨਹੀਂ, ਉਹ ਤਾਂ ਸਦਾ ਲਈ ਹਾਜ਼ਰ ਹੈ। ਕਿੱਥੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੈ ਜੈ ਪੇਖੋਂ ਤਾਏ ਹਜੂਰ, ਦੂਰ ਕਥੂ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਾ ਵਿਸੜੈ, ਸੋ ਸੰਗੀ ਗਣੀਆਂ। ਮਾਲਕ ਕਿਤੇ ਵਿਸੜਦਾ? ਮਾਲਕ ਤਾਂ ਸਦਾ ਨੇੜੇ ਰਹਿੰਦਾ, ਤੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹਾਜ਼ਰ ਵਾ। ਇਸ ਲਈ ਜਿਸ ਕੀ ਬਾਣੀ ਤਿਸ ਮੈਂ ਸਮਾਣੀ, ਉਹ ਬਾਣੀ ਵਿੱਚ ਸਮਾਏ ਹੋਏ ਹੈ। ਵਰਤਦੇ ਕਿਹਦੇ ਰਾਹੀਂ ਹੈ? ਬੜੀ ਦੁਨੀਆ ਪ੍ਰਚਾਰਕ ਹੈ, ਰਾਗੀ ਢਾਡੀ ਕਬੀਸਰ, ਪਰ ਬਾਬਾ ਜੀ ਕਹਿੰਦੇ ਸੀ ਜਿਹੜਾ ਪ੍ਰਚਾਰ ਕਰਨਾ, ਜਿਹੜਾ ਬਚਨ ਕਹਿਣਾ, ਉਹ ਆਪਦੇ ਤੇ ਘਟਦਾ ਹੋਵੇ। ਜੇ ਆਪਦੇ ਤੇ ਘਟਦਾ ਨਹੀਂ, ਉਹ ਬਚਨ ਨਹੀਂ ਕਹਿਣਾ। ਇਉਂ ਬਾਬਾ ਜੀ ਕਿਰਪਾ ਕਰਦੇ ਸੀ। ਬਾਬਾ ਜੀ ਇਹ ਵੀ ਕਿਰਪਾ ਕਰਦੇ ਆ, ਨਾਨਕ ਗੋਬਤ ਵਰਤਦਾ ਪ੍ਰਗਟ ਸੰਤ ਜਨਾ। ਉਹ ਤਾਂ ਆਪਣੇ ਆਨੰਦ ਵਿੱਚ ਬੈਠੇ ਆ, ਉਹ ਕਿਹਦੇ ਰਾਹੀਂ ਵਰਤਦੇ ਆ? ਆਪਣੇ ਪਿਆਰਿਆਂ ਰਾਹੀਂ ਵਰਤਦੇ ਆ। ਪਰ ਉਹਨਾਂ ਦੇ ਪਿਆਰੇ ਹੋਣ, ਲੋਭੀ ਲਾਲਚੀ ਨਾ ਹੋਣ, ਕੋਈ ਬੇਈਮਾਨ ਨਾ ਹੋਣ, ਝੂਠ ਨਾ ਬੋਲਦੇ ਹੋਣ, ਸੱਚ ਬੋਲਦੇ ਹੋਣ, ਜੀਵਨ ਤੋਂ ਗਿਰੇ ਨਾ ਹੋਣ, ਉਹ ਮਾਲਕ ਦੇ ਬਣੇ ਹੋਣ, ਉਹਨਾਂ ਰਾਹੀਂ ਵਰਤਦੇ ਆ। ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਨਾ। ਬਾਬਾ ਈਸਰ ਸਿੰਘ ਜੀ ਮਹਾਰਾਜ 7 ਸਾਲ ਰਹੇ ਝੋਲਡਾਂ ਦੀ ਧਰਤੀ ਤੇ, 13 ਮੰਜ਼ਲੇ ਸਥਾਨ ਤੇ। ਉੱਥੇ ਬਾਬਾ ਜੀ ਨੇ ਬਚਨ ਕਰਨੇ, ਕੋਈ ਸਮਾਂ ਆਵੇਗਾ ਜਦੋਂ ਕੱਚੀ ਜਗ੍ਹਾ ਬਣੀ ਹੁੰਦੀ ਸੀ, ਉੱਥੇ ਸਤੀਰੀਆਂ ਉੱਤੇ ਸੱਚਖੰਡ ਬਣਿਆ ਸੀ। ਉਸ ਟਾਈਮ ਤੇ ਬਾਬਾ ਈਸਰ ਸਿੰਘ ਜੀ ਮਹਾਰਾਜ ਉਹ ਜਗ੍ਹਾ ਤੇ ਰਹੇ ਆ। ਚਾਸ ਫੇਰੇ ਬੜੇ ਬੜੇ ਟਿੱਬੇ ਹੁੰਦੇ ਸੀ, ਇਹੋ ਜੀ ਧਰਤੀ ਸੀ ਉਹ। ਪਰ ਬਾਬਾ ਜੀ ਉਹ ਜਗ੍ਹਾ ਨਾਲ ਪਿਆਰ ਬਹੁਤ ਕਰਦੇ ਸੀ। ਇੱਥੇ ਜਦੋਂ ਕੇਰਾਂ ਬਾਬਾ ਜੀ ਜਾਣ ਲੱਗੇ, ਇਹ ਜਗ੍ਹਾ ਤੋਂ ਜਦੋਂ ਵਰਸੀ ਹੁੰਦੀ ਸੀ ਨਾ 13 ਭਾਦੋਂ ਦੀ, ਉਦੋਂ ਬਾਬਾ ਈਸਰ ਸਿੰਘ ਜੀ ਮਹਾਰਾਜ ਭੋਗ ਪੈਣ ਸਾਰ ਫਿਰ ਝੋਲਡਾਂ ਨੂੰ ਜਾਂਦੇ ਸੀ। ਤੇ ਆਪਣੇ ਸਰਦਾਰ ਬਲਬੀਰ ਸਿੰਘ ਹੋਣੀ ਪ੍ਰਿੰਸੀਪਲ, ਉਹਨਾਂ ਦਾ ਪਰਿਵਾਰ ਮੂਹਰੇ ਹੋ ਗਿਆ ਗੱਡੀ ਦੇ। ਬਾਬਾ ਜੀ ਆਪ ਜੀ ਐਡੀ ਛੇਤੀ ਜਾ ਰਹੇ ਹੋ, ਹਜੇ ਤਾਂ ਪਰਿਵਾਰ ਸਾਰਾ ਮੇਲ ਤਾਂ ਤੁਰਨ ਵਾਲਾ ਰਹਿੰਦਾ। ਬਾਬਾ ਜੀ ਉਹ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਸੀ। ਉਹ ਸਾਰਾ ਪਰਿਵਾਰ ਅਮਰੀਕਾ ਰਹਿੰਦਾ। ਭਾਈ ਗੁਰਪਾਲ ਸਿੰਘ ਹੋਣੀ
ਹੰਸਰਾ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦੇ 3-4 ਹੋਰ ਭਰਾ ਹੈ, ਸਾਰੇ ਅਮਰੀਕਾ ਹੈ। ਸਾਰਾ ਪਰਿਵਾਰ ਬਾਬਾ ਜੀ ਦੇ ਚਰਨਾਂ ਕੁਛ ਆਉਂਦਾ ਸੀ। ਤੇ ਬਾਬਾ ਜੀ ਕਹਿਣ ਲੱਗੇ, ਉਹਨਾਂ ਦੇ ਬਜ਼ੁਰਗ ਕਹਿਣ ਲੱਗੇ, ਸੰਤਾ ਸਿਓ ਬਾਬਾ ਜੀ ਉੱਥੇ ਬਾਹਲਾ ਜੀ ਲੱਗਦਾ ਹੈ। ਬਾਬਾ ਜੀ ਕਹਿੰਦੇ ਹਾਂ, ਉੱਥੇ ਰੁਪਈਆ, ਇੱਥੇ ਠਿਆਨੀ। ਐਂ ਬਾਬਾ ਈਸਰ ਸਿੰਘ ਜੀ ਨੇ ਵਚਨ ਕੀਤਾ। ਉਹ ਜਗ੍ਹਾ ਬੜੀ ਭਾਗਾਂ ਵਾਲੀ ਹੈ, ਦਰਗਾਹੀ ਜਗ੍ਹਾ 13 ਮੰਜ਼ਲਾ, ਐਵੇਂ ਨਹੀਂ ਐਡੀ ਜਗ੍ਹਾ ਬਣੀ। ਉਹ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ, ਤੇ ਜਿਨ੍ਹਾਂ ਨੇ ਪੈਸੇ ਨੂੰ ਹੱਥ ਨਹੀਂ ਲਾਇਆ, ਸੋਟੀ ਤੇ ਸਿਮਰਨਾ ਕੋਲੇ ਰੱਖੇ ਤੇ 13 ਮੰਜ਼ਲਾ ਸਥਾਨ ਬਣਾ ਦਿੱਤਾ। ਉਹਨਾਂ ਤੋਂ ਬਾਅਦ ਵੀ ਬੜਾ ਕੁਝ ਬਣ ਗਿਆ। ਤੇ ਹੁਣ ਫਿਰ ਬਾਬਾ ਜੀ ਆਪਣੇ ਸੇਵਕਾਂ ਦੀਆਂ ਡਿਊਟੀਆਂ ਲਾਉਂਦੇ ਆ। ਉੱਥੇ ਸਾਡੇ ਭਾਈ ਕਰਨੈਲ ਸਿੰਘ ਹੋਣੀ ਆ ਬਾਬਾ, ਅਸੀਂ ਤਾਂ ਬਾਬਾ ਵੀ ਕਹਿੰਦੇ, ਉਹ ਗੁੱਸੇ ਹੋ ਜਾਂਦੇ ਆ ਜੇ ਬਾਬਾ ਕਹਿ ਦਈਏ, ਪਰ 10 ਸਾਲ ਮੈਥੋਂ ਵੱਡੇ ਆ। ਉਹ ਬਾਬਾ ਜੀ ਦੇ ਚਰਨਾਂ 'ਚ ਸਨ 60 ਦੇ ਆਏ ਵੇ ਆ। ਬਾਬਾ ਈਸਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਨੇ ਬੜੀ ਸੇਵਾ ਕੀਤੀ। ਉੱਥੇ ਆ ਬਹਿੰਗੀ ਵਾਲੇ ਪੀਪੇ ਬਣਾ ਕੇ ਨਾ ਪਾਣੀ ਢੋਇਆ, ਤੇ ਜਿਹੜੀਆਂ ਨਿੱਕੀਆਂ ਨਿੱਕੀਆਂ ਟਾਹਲੀਆਂ ਸੀ, ਉਹ ਇਹੋ ਜਿਹੀਆਂ ਥੱਬੇ ਥੱਬੇ ਦੀਆਂ ਬਣਾ ਕੇ ਵੱਢੀਆਂ, ਉੱਥੇ ਫਿਰ ਜੋੜੀਆਂ ਲਾਈਆਂ। ਉਹ ਕਿਹਦਾ ਹੁਕਮ ਸੀ? ਬਾਬਾ ਈਸਰ ਸਿੰਘ ਜੀ ਮਹਾਰਾਜ ਦਾ। ਆਪਣੇ ਉਰਲੇ ਸਥਾਨ ਤੋਂ ਜਿਹੜਾ ਪਰੇ ਦਮਦਮਾ ਸਥਾਨ ਬਣਿਆ, ਉੱਥੇ ਤੱਕ ਟਾਹਲੀਆਂ ਸੀ ਉਹ। ਤੇ ਇਸ ਤਰ੍ਹਾਂ ਉਹਨਾਂ ਨੇ ਬੜੀ ਮਹਾਨ ਸਾਰੀ ਡਿਊਟੀ, ਭਾਈ ਕਰਨੈਲ ਸਿੰਘ ਹੋਣੀ ਸਾਡੇ, ਉਹਨਾਂ ਨੇ ਬੜੀ ਸੇਵਾ ਕੀਤੀ ਆ ਉਹ ਜਗ੍ਹਾ 'ਤੇ। ਤੇ ਅੱਜ ਵੀ ਉੱਥੇ ਹੀ ਡਿਊਟੀ ਕਰਦੇ ਆ। ਤੇ ਅਸੀਂ ਉਹਨਾਂ ਨੂੰ ਫਿਰ ਛੱਡ ਕੇ ਬੇਫਿਕਰ ਹੋ ਜਾਂਦੇ ਆ। ਹੁਣ 80-83 ਸਾਲ ਦੀ ਉਮਰ ਹੈ। ਤੇ ਹੁਣ ਦੇਖ ਲਓ, ਜਿੱਥੇ ਬਾਬਾ ਜੀ ਦਾ ਭਾਈ ਮਨਜੀਤ ਸਿੰਘ ਹੋਣੀ ਦੱਸਦੇ ਸੀ ਬਈ ਜਿਹੜਾ ਜਨਮ ਸਥਾਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦਾ ਬਣ ਰਿਹਾ, ਉਹ ਕਿਵੇਂ ਸਥਾਨ ਮਿਲਿਆ। ਸਾਡਾ ਤਾਂ ਉੱਧਰ ਧਿਆਨ ਨਹੀਂ ਸੀ। ਸੱਚੀ ਗੱਲ ਇਹ ਹੈ, ਬਿਲਕੁਲ ਕੋਈ ਧਿਆਨ ਨਹੀਂ ਸੀ। ਉਹ ਜਿਹੜੇ ਗੁਰਮੁਖ ਪਿਆਰੇ ਨੇ ਜਗ੍ਹਾ ਛੱਡੀ, ਉਹਦਾ ਨਾਂ ਹੈ ਮਨਮੋਹਨ ਸਿੰਘ, ਭਾਵੇਂ ਜਾ ਕੇ ਪੁੱਛ ਸਕਦੇ ਆ। ਨਾਲ ਉਹਦਾ ਮਕਾਨ ਵੀ ਹੈ ਪਾਸੇ 'ਤੇ। ਉਹਨੇ ਜਗ੍ਹਾ ਲੈ ਲਈ, 9-10 ਮਰਲੇ ਸੀਗੀ। ਤੇ ਜਦੋਂ ਉਹ ਜਗ੍ਹਾ ਲੈ ਲਈ, ਤੀਜੇ ਥਾਂ ਖਰੀਦੀ। ਉਹਨੂੰ ਕੋਈ ਦਰਸ਼ਨ ਹੋਏ ਕਿਸੇ ਮਹਾਂਪੁਰਸ਼ ਦੇ, ਬਈ ਗੁਰਮੁਖਾ ਇਹ ਜਗ੍ਹਾ 'ਤੇ ਤੂੰ ਕੁਛ ਬਣਾਈ ਨਾ। ਉਹ ਸੋਚਣ ਲੱਗ ਗਿਆ, ਬਈ ਮੈਂ ਜਗ੍ਹਾ ਤਾਂ ਲੈ ਲਈ, ਲੱਖ ਰੁਪਏ ਨੂੰ ਮਰ ਲਾਇਆ ਉੱਤੇ, ਬਈ ਜਗ੍ਹਾ ਤਾਂ ਮੈਂ ਲੈ ਲਈ, ਹੁਣ ਮੈਂ ਕੀ ਕਰਾਂ। ਫਿਰ ਉਹਨੇ ਸਾਡੇ ਬੰਦਿਆਂ ਨਾਲ ਸੰਪਰਕ ਕੀਤਾ, ਬਈ ਇੱਥੇ ਬਾਬਾ ਜੀ ਦਾ ਮੈਨੂੰ ਪਤਾ ਲੱਗਿਆ ਬਈ ਜਨਮ ਹੋਇਆ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦਾ, ਮੈਂ ਇਹ ਜਗ੍ਹਾ ਉੱਥੇ ਭੇਟ ਕਰ ਦੇਣੀ ਹੈ, ਬਾਬਾ ਜੀ ਨੂੰ ਮਿਲਾ ਦਿਓ। ਚਲੋ ਸਾਡਾ ਸਮਾਂ ਬਣ ਗਿਆ। ਉਹਨਾਂ ਨੇ ਲਿਖ ਕੇ ਕਾਗਜ਼ ਫੜਾ ਦਿੱਤਾ। ਹੁਣ ਸਾਨੂੰ ਫਿਰ ਗਾਹਾਂ ਵੀ ਫਿਕਰ ਹੋ ਗਿਆ, ਬਈ ਇਹ 9 ਮਰਲਿਆਂ ਵਿੱਚ ਤਾਂ ਬਾਬਿਆਂ ਦਾ ਸਥਾਨ ਨਹੀਂ ਬਣਨਾ, ਇਹ ਤਾਂ ਵੱਡੀ ਜਗ੍ਹਾ ਚਾਹੀਦੀ ਹੈ, ਪਿੰਡ ਦੇ ਵਿਚਾਲੇ ਆ। ਤੇ ਜਦੋਂ ਅਸੀਂ ਗਏ ਉੱਥੇ, ਨਾਲ ਪਿੰਡ ਦੀ ਪੰਚਾਇਤ, ਗੁਰਦੁਆਰੇ ਦੇ ਬੰਦੇ, ਕਮੇਟੀ ਵਾਲੇ ਸਾਰੇ, ਉਹ ਭਾਈ ਦੇ ਸਿਰੋਂ ਪੋ ਵੀ ਪਾਇਆ। ਗਾਹਾਂ ਥੋੜ੍ਹੀ ਜਿਹੀ ਜਗ੍ਹਾ 'ਚ ਵਧੇ ਤਾਂ ਇੱਕ ਭਾਈ ਹੋਰ ਸੀ। ਉਹ 4 ਭਰਾ ਸੀ ਇਕੱਠੇ। ਦੇਖੋ ਪਿਆਰ ਨਹੀਂ ਹੁੰਦਾ ਨਹੀਂ ਇਕੱਠੇ ਭਰਾਵਾਂ ਦਾ। 2-2 ਵਿਸਵੇ ਉਹਨਾਂ ਦੀ ਸੀ। ਉਹਨਾਂ ਨੇ ਵੀ ਕਹਿਤਾ ਬਾਬਾ ਜੀ ਅਸੀਂ ਵੀ ਛੱਡੀ, ਉਹਨਾਂ ਦੇ ਵੀ ਪਰਨੇ ਪਾ ਦਿੱਤੇ। ਫਿਰ ਇੱਕ ਗੁਰਬਚਨ ਸਿੰਘ ਨਾਂ ਦਾ ਬੰਦਾ ਸੀ, ਉਹਦੀ 1.5 ਕਨਾਲ ਥਾਂ ਸੀ, ਉਹਨੇ ਵੀ ਲਿਖ ਕੇ ਦੇ ਗਿਆ ਉੱਥੇ, ਬਾਬਾ ਜੀ ਅਸੀਂ ਵੀ ਇਹ ਜਗ੍ਹਾ ਛੱਡੀ। ਇੱਕ ਭਾਈ ਗੁਰਮੇਲ ਸਿੰਘ ਸੀ, ਉਹਨਾਂ ਨੇ ਵੀ ਜਗ੍ਹਾ ਛੱਡ ਦਿੱਤੀ। ਇੱਕ ਮਨਮੋਹਨ ਸਿੰਘ, ਉਹਦੀ ਮੂਹਰੇ ਪਈ ਸੀ, ਉਹ ਵੀ ਉਹਨੇ ਛੱਡ ਦਿੱਤੀ। ਇੰਨੀ ਜਗ੍ਹਾ ਬਗੈਰ ਦਿੱਤਿਆਂ ਲਿਆ ਗੁਰੂ ਘਰ ਨੂੰ ਮਿਲੀ।
ਤੇ ਫਿਰ ਅਸੀਂ ਕਿਉਂ ਨਾ ਜਗ੍ਹਾ ਬਣਾਉਂਦੇ ਹੋ। ਫਿਰ ਸਾਡਾ ਬਾਬਾ ਜੀ ਨੇ ਫੁਰਨਾ ਬਣਾ ਦਿੱਤਾ ਬਈ ਇਹ ਜਗ੍ਹਾ ਤਾਂ ਮਿਲੀ ਹੈ ਬਈ ਆਪਣੇ ਪਿਆਰੇ ਦੀ ਕਿਉਂ ਨਾ ਯਾਦਗੀਰ ਬਣਾਈਏ। ਤੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਹੁਣ 23 ਤਰੀਕ ਨੂੰ ਉੱਥੇ ਲੈਟਰ ਪਿਆ। ਸੰਗਤ ਕਹਿਣ ਲੱਗੀ ਬਾਬਾ ਜੀ ਆਪਣਾ ਗਰਮੀ ਬੜੀ ਹੈ, ਸਦੇਹਾ ਸ਼ੁਰੂ ਕਰੀਏ। ਅਸੀਂ ਕਰਨੈਲ ਸੋਹਣਾ ਨੂੰ ਕਿਹਾ, ਮੈਂ ਕਿਹਾ ਬਈ ਅਸੀਂ ਤਾਂ ਕਈ ਗੇਰੀ ਸਾਤੋਂ ਛੇਤੀ ਨਹੀਂ ਆਇਆ ਜਾਣਾ, ਤੁਸੀਂ ਸਦੇਹਾ ਸ਼ੁਰੂ ਕਰ ਦਿਓ। ਰਾਤ ਨੂੰ ਹੀ ਮਸ਼ੀਨਾਂ ਲੱਗ ਗਈਆਂ ਉੱਤੇ, 6 ਮਸ਼ੀਨਾਂ ਆ ਗਈਆਂ, 4 ਰਾਤ ਨੂੰ ਆ ਗਈਆਂ, 2 ਸਵੇਰੇ। ਤੇ ਇਹਨਾਂ ਨੇ ਤੜਕਿਓਂ 8:30 ਵਜੇ ਤੇ ਮਸ਼ੀਨਾਂ ਚਾਲੂ ਕਰ ਦਿੱਤੀਆਂ। ਤੇ 1100 ਬੋਰੀ ਦਾ ਲੈਟਰ ਸੀ, ਬਹੁਤ ਵੱਡੀ ਜਗ੍ਹਾ ਹੈ। ਤੇ ਤੁਸੀਂ ਦੇਖ ਲਓ, ਹੈਰਾਨਗੀ ਦੀ ਗੱਲ ਹੈ, 1 ਵਜੇ ਨੂੰ ਲੈਟਰ ਪੈ ਗਿਆ, 1 ਵਜੇ ਨੂੰ। ਤੇ ਇਹ ਦਾ ਮੌਸਮ, ਮਿੱਠੀ ਮਿੱਠੀ ਕਣੀ ਵੀ ਪਏ, ਠੰਡੀ ਠੰਡੀ ਹਵਾ ਵਗੇ। ਦੇਖੋ ਇੱਕ ਬਾਬਾ ਜੀ ਦੀ ਕਿਰਪਾ ਹੀ ਸੀ ਨਾ। ਗੁਰੂ ਸਾਹਿਬ ਵੀ ਆਪਣੇ ਪਿਆਰਿਆਂ ਦੀ ਕੋਈ ਜਗ੍ਹਾ ਬਣਨ ਤੇ, ਅਸਥਾਨ ਬਣਨ ਤੇ ਖੁਸ਼ ਹੁੰਦੇ ਆ ਬਈ ਹਾਂ ਬਈ ਕਿਉਂ ਨਾ ਬਣੇ। ਤੇ ਇਸ ਤਰ੍ਹਾਂ ਭਾਈ ਜਿਨ੍ਹਾਂ ਨੇ ਆਪਣੇ ਸਾਈਂ ਨੂੰ ਸੇਵਿਆ, ਆਪਣੇ ਮਾਲਕ ਦੀ ਸੇਵਾ ਕੀਤੀ ਹੈ, ਫਿਰ ਉਹਨਾਂ ਦੀ ਸੇਵਾ ਵੀ ਹੁੰਦੀ ਹੈ। ਤੇ ਇਸ ਤਰ੍ਹਾਂ ਉਹ ਜਗ੍ਹਾ 23 ਤਰੀਕ ਨੂੰ ਕਿਧਰੇ ਜਲੇਬੀਆਂ ਕੱਢੀ ਜਾਣ ਪਿੰਡ ਵਾਲੇ, ਕਿਧਰੇ ਦੇਗਾਂ ਵਰਤਾਈ ਜਾਣ, ਠੰਡੇ ਤੱਤੇ ਸਭ ਕੁਝ ਵਰਤਦਾ ਸੀ। ਸਾਡੇ ਆਗਿਆਪਾਲ ਜੀ ਇੱਥੋਂ ਸਮੋਸੇ ਪੇਟੀਆਂ ਲੈ ਗਏ। ਤੇ ਆਏ ਫਿਰ ਉੱਥੇ ਲੋਕ ਖੁਸ਼ ਬੜੇ ਹੋਣ ਬਈ ਜੀ ਬੜਾ ਲੰਗਰ ਵਰਤਦਾ ਇੱਥੇ। ਉਹ ਕਿਰਪਾ ਕਿਹਦੀ ਹੈ? ਕਿਰਪਾ ਹੈ ਬਾਬਾ ਈਸਰ ਸਿੰਘ ਜੀ ਮਹਾਰਾਜ ਦੀ, ਬਾਬਾ ਨਰੈਣ ਸਿੰਘ ਜੀ ਮਹਾਰਾਜ ਦੀ, ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਕਮਾਈ ਕੀਤੀ ਤੇ ਭਜਨ ਬੰਦਗੀ ਕੀਤੀ ਤੇ ਸਾਰਾ ਆਪਣਾ ਆਪ ਆਪਣੇ ਮਾਲਕ ਦੇ ਲੇਖੇ ਲਾ ਦਿੱਤਾ। ਅੱਜ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ। ਇਸ ਲਈ ਗੁਰਮੁਖ ਪਿਆਰਿਓ, ਜਿਵੇਂ ਗੁਰੂ ਤੀਜੇ ਪਾਤਸ਼ਾਹ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ ਗਾਗਰ ਦੀ ਸੇਵਾ ਕੀਤੀ, 3 ਕਿਲੋਮੀਟਰ ਜਾਣਾ ਗੋਇੰਦਵਾਲ ਤੋਂ ਤੇ ਜਾ ਕੇ ਪਾਣੀ ਭਰ ਕੇ ਲਿਆਉਣਾ ਗੁਰੂ ਦੂਜੇ ਪਾਤਸ਼ਾਹ ਦੇ ਇਸ਼ਨਾਨ ਵਾਸਤੇ। ਤੇ ਇਸੇ ਤਰ੍ਹਾਂ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੇ ਬਾਬਾ ਈਸਰ ਸਿੰਘ ਜੀ ਮਹਾਰਾਜ ਦੇ ਛਕਣ ਵਾਸਤੇ ਜਲ 24 ਕਿਲੋਮੀਟਰ ਝੋਲਡਾ ਨਗਰ ਤੋਂ, ਉੱਥੋਂ ਤਾਪਸਥਾਨ 13 ਮੰਜ਼ਲੇ ਤੋਂ, ਉੱਥੇ ਭੋਰੇ ਵਿੱਚ ਹਜੇ ਵੀ ਨਲਕਾ ਖੜਾ ਹੈ, ਉਹ ਚਾਲੂ ਆ, ਜਾਣ ਕੇ ਡੰਡਾ ਲਾਇਆ ਹੋਇਆ ਵੀ ਲੋਕ ਖਰਾਬ ਨਾ ਕਰਨ। ਉੱਥੋਂ ਜਲ ਲੈ ਕੇ ਆਉਣਾ, ਦਿਨੇ ਸੇਵਾ ਕਰਨੀ ਤੇ ਰਾਤ ਨੂੰ ਜਲ ਲੈਣ ਜਾਣਾ। 6 ਵਜੇ ਚੱਲਣਾ, 10 ਵਜੇ ਪਹੁੰਚਣਾ ਤੇ 2 ਘੰਟੇ ਆਰਾਮ ਕਰਨਾ, ਫਿਰ 12-1 ਵਜੇ ਨੂੰ ਚੱਲ ਪੈਣਾ, 5-6 ਵਜੇ ਇੱਥੇ ਆ ਜਾਣਾ। ਇਹ ਸੀ ਕਮਾਈਆਂ। ਬਾਬਾ ਜੀ ਕਹਿੰਦੇ ਸੀ ਇਕੱਲੇ ਦੁੱਧ ਪੀਣ ਨਾਲ ਜਾਂ ਚਿੱਟੇ ਚੋਲੇ ਪਾਉਣ ਨਾਲ ਜਾਂ 4 ਬੰਦੇ ਮਗਰ ਲਾਉਣ ਨਾਲ ਸੰਤ ਨਹੀਂ ਬਣਿਆ ਜਾਂਦਾ। ਤੇ ਬਾਬਾ ਜੀ ਕਹਿੰਦੇ ਸੀ ਆਪ ਗਵਾਈਆ ਤਾਂ 100 ਪਾਈਆ, ਆਪਣਾ ਆਪ ਗਵਾਉਣਾ ਪੈਂਦਾ ਫੇਰ 100 ਮਿਲਦਾ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਬਾਬਾ ਜੀ ਕਹਿੰਦੇ ਅੰਨ ਪਾਣੀ ਕਿੰਨਾ ਕੁ ਖਾਣਾ ਹੈ? ਜਿਹਦੇ ਨਾਲ ਸਰੀਰ ਚੱਲ ਜਾਵੇ, ਇੰਨਾ ਕੁ ਖਾਣਾ, ਸੁਸਤੀ ਨਾ ਪਵੇ, ਆਲਸ ਨਾ ਪਵੇ। ਤੇ ਫਿਰ ਉਹ ਸੇਵਾ ਕਰਦੇ ਆ। ਉਹ ਸੇਵਾ ਕੀਤੀ ਸਫਲ ਹੈ ਜਿੱਥੇ ਸਤਿਗੁਰ ਕਾ ਮਨ ਮੰਨੇ।
ਬਾਬਾ ਜੀ ਕਹਿੰਦੇ ਸੀ ਭਾਈ ਇਹ ਜਿਹੜਾ ਨਾਨਕਸਰ ਦਰਬਾਰ ਹੈ ਭਗਤੀ ਦਾ ਘਰ, ਇੱਥੋਂ ਕੋਈ ਖਾਲੀ ਨਹੀਂ ਜਾਂਦਾ। ਸਰਦਾ ਭਾਵਨਾ ਵਾਲਾ ਬੰਦਾ ਜਦੋਂ ਵੀ ਇੱਥੇ ਆਉਂਦਾ ਹੈ ਸਰਦਾ ਨਾਲ ਮੱਥਾ ਟੇਕਦਾ ਹੈ ਦਰਬਾਰ ਵਿੱਚ, ਤੇ ਬਾਬਾ ਜੀ ਉਹਨਾਂ ਦੀਆਂ ਭਾਵਨਾ ਪੂਰੀਆਂ ਕਰਦੇ ਆ। ਬੜੀ ਦੁਨੀਆ ਜਿਨ੍ਹਾਂ ਨੇ ਆ ਕੇ ਦੱਸਣਾ ਬਾਬਾ ਜੀ ਮੇਰਾ ਆਹ ਕਾਰਜ ਹੋ ਗਿਆ, ਬਾਬਾ ਜੀ ਮੇਰਾ ਆਹ ਕਾਰਜ ਹੋ ਗਿਆ। ਇਸ ਤਰ੍ਹਾਂ ਬਾਬਾ ਜੀ ਮਿਹਰ ਕਰਦੇ ਸੀ। ਕਈ ਬੰਦੇ ਇਹੋ ਜਿਹੇ ਵੀ ਹੁੰਦੇ ਆ, ਬਾਬਾ ਜੀ ਮੇਰੀ ਅਰਦਾਸ ਨਹੀਂ ਪੂਰੀ ਹੋਈ। ਬਾਬਾ ਜੀ ਕਹਿੰਦੇ ਸੀ ਭਾਈ ਅਰਦਾਸ ਜੀਵ ਤੇ ਮਨਸਰ ਹੈ, ਜੇ ਸਰਦਾ ਭਾਵਨਾ ਨਾਲ ਨਿਕਲੇਗੀ ਉਹ ਪੂਰੀ ਹੋਵੇਗੀ। ਜੇ ਅਰਦਾਸ ਕਿਤੇ ਕਰਦਾ ਮਨ ਕਿਤੇ ਤੁਰਿਆ ਫਿਰਦਾ ਫਿਰ ਉਹ ਅਰਦਾਸ ਕਿਵੇਂ ਪੂਰੀ ਹੋਵੇਗੀ। ਤੇ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਸੀ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਮਾਲਕ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਅਰਦਾਸ ਕਰਨੀ ਹੈ, ਤੇ ਫਿਰ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ। ਤੇ ਜੇ ਅਸੀਂ ਹਾਜ਼ਰ ਨਾਜ਼ਰ ਨਹੀਂ ਸਮਝਦੇ, ਇੱਕ ਉਹੀ ਅਰਦਾਸ ਹੀ ਕਰਦੇ ਆ, ਨਹੀਂ। ਇਸ ਲਈ ਗੁਰੂ ਪਿਆਰਿਓ ਸਰਦਾ ਭਾਵਨਾ ਨਾਲ ਅਸੀਂ ਅਰਦਾਸ ਕਰਨੀ ਹੈ। ਕਿਸੇ ਨੂੰ ਮਾੜਾ ਨਹੀਂ ਕਹਿਣਾ, ਬੁਰਾ ਨਹੀਂ ਬੋਲਣਾ, ਸਾਖਤ ਲੋਕਾਂ ਤੋਂ ਦੂਰ ਰਹਿਣਾ। ਸਾਖਤ ਲੋਕ ਕੌਣ ਹੈ? ਜਿਹੜੇ ਨਿੰਦਿਆ ਕਰਦੇ ਆ, ਕਿਸੇ ਨੂੰ ਬੁਰਾ ਬੋਲਦੇ ਆ, ਉਹ ਸਾਖਤ ਲੋਕ ਹੈ। ਉਹਨਾਂ ਲਈ ਬਾਬਾ ਜੀ ਨੇ ਕੀ ਬਚਨ ਕੀਤਾ? ਬਿਰਥੀ ਸਾਖਤ ਕੀ ਆਰਜਾ। ਉਹਨਾਂ ਦੀ ਜਿਹੜੀ ਆਰਜਾ ਹੈ ਉਹ ਬੇਅਰਥ ਚਲੀ ਜਾਂਦੀ ਹੈ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਬਾਬਾ ਜੀ ਕਹਿੰਦੇ ਜਿਹੜਾ ਤਨ ਹੈ ਉਹ ਵੀ ਅੰਧਾ ਹੋ ਜਾਂਦਾ ਹੈ, ਉਹਦੇ ਮੂੰਹ ਵਿੱਚੋਂ ਦੁਰਗੰਧ ਮਾਰਦੀ ਹੈ। ਅਗਲਾ ਜਿਹੜਾ ਚੰਗਾ ਬੰਦਾ ਹੈ ਉਹ ਫਿਰ ਉਹਦੇ ਨੇੜ ਦੀ ਨਹੀਂ ਲੰਘਦਾ, ਉਹ ਤੋਂ ਦੂਰ ਦੀ ਲੰਘਦਾ। ਬਈ ਇਹ ਤੇ ਨੇੜੇ ਕਾਹਨੂੰ ਜਾਣਾ ਹੈ, ਇਹਨੇ ਪਤਾ ਨਹੀਂ ਕੀ ਬੋਲਣਾ ਹੈ। ਮੁਖ ਆਵਤ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ। ਮੇਘ ਬਿਨਾ ਜਿਉ ਖੇਤੀ ਜਾਏ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਸਿਮਰਨ ਤੋਂ ਬਗੈਰ ਦਿਨ ਅਸੀਂ ਖਾ ਪੀ ਕੇ ਲੰਘਾ ਲਿਆ, ਕੰਮਾਂ ਕਾਰਾਂ ਵਿੱਚ, ਰਿਸ਼ਤੇਦਾਰੀਆਂ ਵਿੱਚ, ਤੇ ਰਾਤ ਅਸੀਂ ਟੈਲੀਵਿਜ਼ਨ ਵੇਖ ਲਏ, ਸੌਂ ਕੇ ਲੰਘਾ ਲਈ, ਤੇ ਤੜਕੇ ਉੱਠਣ ਦੀ ਘੌਲ ਕੀਤੀ। ਨਹੀਂ, ਇਉਂ ਨਹੀਂ ਕਰਨਾ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਦਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜਿਵੇਂ ਖੇਤੀ ਜਾਏ। ਜਿਵੇਂ ਮੇਘ ਤੋਂ ਬਗੈਰ ਜੇ ਮੀਂਹ ਨਾ ਵਰਸੇ, ਤੁਸੀਂ ਦੇਖ ਲਓ ਜ਼ਿਮੀਂਦਾਰਾਂ ਦਾ ਕੀ ਹਾਲ ਹੁੰਦਾ ਹੈ, ਖੇਤੀ ਵੀ ਸੁੱਕ ਜਾਂਦੀ ਹੈ। ਜਿਵੇਂ ਮੇਘ ਤੋਂ ਬਗੈਰ ਖੇਤੀ ਸੁੱਕ ਜਾਂਦੀ ਹੈ, ਇਵੇਂ ਜਿਵੇਂ ਇਹ ਜੀਵ ਹੈ ਜੇ ਨਿਤਨੇਮ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਜਿਹੜੀ ਇਹਦੀ ਅੰਦਰਲੀ ਆਤਮਾ ਉਹ ਵੀ ਸੁੱਕਣ ਲੱਗ ਜਾਂਦੀ ਹੈ। ਉਹਦਾ ਵੀ ਮਤਲਬ ਪ੍ਰਫੁੱਲਤ ਨਹੀਂ ਰਹਿੰਦਾ ਮਨ, ਉਹ ਵੀ ਅੰਦਰੋਂ ਬੇਡਰ ਹੋ ਕੇ ਉਹਦਾ ਜਿਹੜਾ ਚੰਗਿਆਈਆਂ ਵਿੱਚੋਂ ਖਤਮ ਹੋ ਜਾਂਦੀਆਂ। ਨਹੀਂ, ਬਾਬਾ ਜੀ ਕਿਰਪਾ ਕਰਦੇ ਆ। ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਗੋਬਿੰਦ ਦੇ ਭਜਨ ਤੋਂ ਬਗੈਰ ਜੇ ਅਸੀਂ ਕੰਮਕਾਰ ਕਰਦੇ ਹਾਂ, ਜਵਾਕ ਪਾਲਦੇ ਹਾਂ,
84 ਲੱਖ ਜੂਨ ਵੀ ਜਵਾਕ ਤਾਂ ਪਾਲੀ ਜਾਂਦੀ ਹੈ। ਇਹ ਮਾਨਸਦੇ ਵਾਲਾ ਕੱਲਾ ਨਹੀਂ ਪਾਲਦਾ, 84 ਲੱਖ ਜੂਨ ਜਵਾਕ ਪਾਲਦੀ ਹੈ। ਇਹ ਤਾਂ ਇੱਕ ਸੰਵਿਧਾਨ ਬਣਾਇਆ ਕੁਦਰਤ ਦਾ। ਜਿਵੇਂ ਕਾਦਰ ਆਪਣੀ ਕੁਦਰਤੀ ਪ੍ਰਗਟ ਕਰਦਾ ਖੇਲ, ਕਾਦਰ ਵਿੱਚ ਕੁਦਰਤ ਵਸੇ ਜਿਉਂ ਸਰਸੋਂ ਵਿੱਚ ਤੇਲ। ਇਹ ਤਾਂ ਇੱਕ ਵਿਧਾਨ ਬਣਿਆ ਹੋਇਆ, ਪਰ ਅਸੀਂ ਨਿਤਨੇਮ ਨਹੀਂ ਛੱਡਣਾ। ਨਿਤਨੇਮ ਜੇ ਕਰਾਂਗੇ, ਬਾਣੀ ਪੜਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਗੁਰੂ ਨਾਨਕ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਾਂਗੇ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਤੇ ਜ਼ਰੂਰ ਕਿਰਪਾ ਕਰ ਦੇਣਗੇ। ਸਾਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਦੇਖ ਲਓ ਕਿੰਨੀਆਂ ਸੰਗਤਾਂ ਦੱਸਦੇ ਸੀ ਨਾ ਇੱਥੇ ਰਾਗਾ ਸਿਓ, ਸਾਡੇ ਰਸੀਆ ਜੀ ਵੀ ਦੱਸ ਕੇ ਗਏ ਆ ਭਈਆ ਕਿੰਨਾ ਕਰੋਨਾ ਚੱਲ ਰਿਹਾ, ਕਿੰਨਾ ਦੁਨੀਆ ਤੇ ਕਹਿਰ ਵਰਤ ਰਿਹਾ। ਤੇ ਇਹ ਭਾਈ ਕਿਉਂ ਹੈ? ਸਾਡੇ ਲੋਕਾਂ ਦਾ ਜਿਹੜਾ ਮਨ ਹੈ, ਅਸੀਂ ਸਾਧੂ ਮਹਾਤਮਾ ਤਾਂ ਟਿਚਕਰੀਆਂ ਹੀ ਕਰਨ ਲੱਗ ਗਏ। ਸਾਡੀ ਸਰਦਾ ਭਾਵਨਾ ਜਿਹੜੀ ਉਹ ਅਗਲੀ ਨਹੀਂ ਰਹੀ। ਤੇ ਇਸ ਤਰ੍ਹਾਂ ਭਾਈ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ, ਇੱਕ ਦੂਜੇ ਤੇ ਦਇਆ ਆਉਣੀ ਚਾਹੀਦੀ ਹੈ। ਜਿਵੇਂ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਤੇ ਇਸ ਤਰ੍ਹਾਂ ਭਾਈ ਸਾਨੂੰ ਇਹ ਸਾਡੇ ਮਨ ਵਿੱਚ ਦਇਆ ਹੋਣੀ ਚਾਹੀਦੀ ਹੈ। ਅਸੀਂ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਅੰਮ੍ਰਿਤ ਵੇਲੇ ਉੱਠੀਏ, ਆਪ ਤੋਂ ਵੱਡਿਆਂ ਤੋਂ ਸਮੱਤ ਲਈਏ, ਛੋਟਿਆਂ ਨੂੰ ਉੱਚੇ ਚੱਕੀਏ। ਸਾਡਾ ਇਹੋ ਜਿਹਾ ਮਨ ਹੋਣਾ ਚਾਹੀਦਾ। ਇਸ ਤਰ੍ਹਾਂ ਇੱਥੇ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਇਹ ਸਟੇਜ ਤੇ ਬੈਠ ਕੇ ਘੰਟਾ ਘੰਟਾ, ਡੇਢ ਘੰਟਾ ਬਚਨ ਕਰਦੇ ਸੀ। ਤੇ ਇਸ ਤਰ੍ਹਾਂ ਭਾਈ ਅਸੀਂ ਵੀ ਵਿਚਾਰ ਦਿੰਦੇ ਹਾਂ, ਪਰ ਸਾਨੂੰ ਵੀ ਉਹ ਖਿੱਚ ਹੈ। ਬਾਬਾ ਜੀ ਹਲੂਣੇ ਦਿੰਦੇ ਆ ਬਈ ਜਾ ਕੇ ਬੋਲੋ, ਸੰਗਤਾਂ ਨੂੰ ਪ੍ਰਚਾਰ ਕਰੋ। ਇਸ ਘਰ ਦਾ ਨੂਣ ਖਾਂਦੇ ਹੋ, ਇਸ ਘਰ ਦੇ ਕੂਕਰ ਹੋ, ਤਾਂ ਜਾ ਕੇ ਭੌਂਕੋ। ਰਾਖੀ ਵੀ ਕਰਨੀ ਹੈ। ਇਸ ਕਿਉਂ ਇਸ ਘਰ ਦੇ ਬਣੇ ਆ। ਜੇ ਕੋਈ ਮਰਜ਼ਾਦਾ ਦੇ ਉਲਟ ਚੱਲਦਾ, ਜੇ ਕੋਈ ਮਰਜ਼ਾਦਾ ਨੂੰ ਖਰਾਬ ਕਰਦਾ, ਉਹਨੂੰ ਕਹਿਣਾ ਡਟ ਕੇ, ਜਕਣਾ ਨਹੀਂ, ਡਰਨਾ ਨਹੀਂ। ਉਹ ਸੱਚ ਨੂੰ ਸੱਚ ਕਹਿਣ ਤੋਂ ਕਦੇ ਨਹੀਂ ਜਕਣਾ। ਇਹ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦਾ ਹੁਕਮ ਹੁੰਦਾ ਸੀ। ਤੇ ਇਸ ਤਰ੍ਹਾਂ ਭਾਈ ਬਾਬਾ ਜੀ ਨੇ ਕਿੰਨੀਆਂ ਸਾਡੇ ਤੇ ਮਿਹਰਾਂ ਕੀਤੀਆਂ। ਆ ਅਸੀਂ ਵਿਚਾਰ ਦਿੰਦੇ ਹਾਂ ਤੁਹਾਨੂੰ। ਦਾਸ ਤਾਂ ਇੱਕ ਅਨਪੜ੍ਹ ਬੰਦਾ, ਸੇਵਾਦਾਰ ਹੈ, ਜਿਵੇਂ ਮਾਲਕ ਚਲਾਉਂਦਾ ਉਵੇਂ ਚੱਲਦੇ ਆ। ਤੇ ਅਸੀਂ ਤਾਂ ਉਹਨਾਂ ਦੇ ਸੇਵਾਦਾਰ ਹੈ, ਭਾਂਡੇ ਮਾਂਜਣ ਵਾਲੇ ਆ। ਤੇ ਜਿਵੇਂ ਬਾਬਾ ਜੀ ਸਮੱਤ ਬਖਸ਼ਦੇ ਆ, ਜਿਵੇਂ ਉਹ ਕਿਰਪਾ ਕਰ ਦਿੰਦੇ ਆ, ਤੇ ਉਵੇਂ ਅਸੀਂ ਵਿਚਾਰ ਦੇ ਦਿੰਦੇ ਆ, ਉਵੇਂ ਵਿਚਾਰ ਦਿੰਦੇ ਆ। ਇਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਆਏ ਤਾਂ ਅਸੀਂ ਬਾਦ ਹੈ। ਬਾਬਾ ਈਸਰ ਸਿੰਘ ਜੀ ਨੇ 63 'ਚ ਚੋਲਾ ਬਦਲਿਆ, ਤੇ ਸਾਡੇ ਤੇ ਬਾਬਾ ਜੀ ਨੇ 64 'ਚ ਮਿਹਰ ਕੀਤੀ ਹੈ। ਪਰ ਬਾਬਾ ਜੀ ਆਪ ਦੀ ਮੌਜੂਦਗੀ ਵਿੱਚ ਇਹ ਬਚਨ ਕਰ ਗਏ ਸੀ ਦਾਸ ਦੇ ਪਿਤਾ ਨੂੰ ਭਜਨ ਸਿਆ, ਇੱਕ ਬੰਦੇ ਨੇ ਇੱਥੇ ਗੈਰ ਹਾਜ਼ਰ ਨਹੀਂ ਹੋਣਾ, ਪੱਕੀ ਹਾਜ਼ਰੀ ਦੇਣੀ ਹੈ। ਪਹਿਲਾਂ ਪਿਤਾ ਜੀ ਹਾਜ਼ਰੀ ਦਿੰਦੇ ਰਹੇ, ਉਹਨਾਂ ਨੇ ਕਿਰਪਾ ਕਰਤੀ ਤੇ ਫਿਰ ਸਾਨੂੰ ਛੱਡ ਦਿੱਤਾ। ਤੇ ਇਹ ਤਾਂ ਜਿਵੇਂ ਪਹਿਲਾਂ ਤੋਂ ਹੀ ਬਾਬਾ ਜੀ ਨੇ ਮਿਹਰਾਂ ਕੀਤੀਆਂ ਹੁੰਦੀਆਂ। ਜਿੰਨੇ ਇੱਥੇ ਰਹਿਣ ਵਾਲੇ ਆ, ਇੱਥੋਂ ਦੇ ਬਹਿੰਗਮ ਆ, ਇੱਥੇ ਡਿਊਟੀਆਂ ਕਰਦੇ ਆ। ਇਹ ਕੋਈ ਐਵੇਂ ਨਹੀਂ ਕਰਦੇ। ਖਾਲਾ ਜੀ ਦਾ ਬਾੜਾ ਨਹੀਂ, 2-2 3-3 ਵਜੇ ਉੱਠਣਾ, ਇਸ਼ਨਾਨ ਪਾਣੀ ਕਰਨੇ, ਫਿਰ ਕਥਾ ਕੀਰਤਨ ਕਰਨੇ, ਸੁਖਮਨੀ ਦੇ ਪਾਠ ਕਰਨੇ,
ਤੇ ਇਸ ਤਰ੍ਹਾਂ ਭਾਈ ਇਹ ਸਾਰਾ ਕੁਛ ਬਾਬਾ ਜੀ ਕਹਿੰਦੇ ਸੀ। ਬਾਬਾ ਈਸਰ ਸਿੰਘ ਜੀ ਇਹ ਭਾਈ ਪਿੱਛੇ ਤੋਂ ਹੀ ਸਾਡੇ ਨਾਲ ਚੱਲੇ ਆਉਂਦੇ ਆ। ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦੀ ਇਹਨਾਂ ਦੀ ਤਪੱਸਿਆ। ਇਹ ਕੋਈ ਅੱਜ ਦੇ ਥੋੜੋ ਤੁਰੇ ਆਉਂਦੇ ਆ। ਆਪਾਂ ਦੇਖ ਤਾਂ ਲੈਂਦੇ ਹਾਂ ਚਿੱਟੇ ਚੋਲਿਆਂ ਵਾਲੇ, ਪਰ ਬਾਬਾ ਜੀ ਕਹਿੰਦੇ ਸੀ ਭਾਈ ਜਿਹੜਾ ਬਿਹੰਗਮ ਹੈ ਘਰ-ਬਾਰ ਛੱਡ ਕੇ ਇੱਥੇ ਰਹਿੰਦਾ ਹੈ ਉਹਨਾਂ ਤੋਂ ਜਕਣਾ ਚਾਹੀਦਾ, ਵੱਧ ਘੱਟ ਬੋਲਣ ਤੋਂ ਵੀ ਜਕਣਾ ਚਾਹੀਦਾ। ਤੇ ਇਸ ਤਰ੍ਹਾਂ ਭਾਈ ਬਾਬਾ ਜੀ ਨੇ ਮਿਹਰ ਕੀਤੀ ਹੈ। ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹੋ। ਤੇ ਜਿਵੇਂ ਸਾਡੇ ਮਨਜੀਤ ਸੋਹ ਨੇ ਦੱਸਿਆ, ਬਾਹਰ ਜਿਹੜਾ ਬਾਬਾ ਜੀ ਦਾ ਸਥਾਨ ਬਣ ਰਿਹਾ ਮਾਣੂਕਿਆਂ ਦੇ ਵਿੱਚ, ਬਾਹਰਲੀਆਂ ਸੰਗਤਾਂ ਨੂੰ ਬੜਾ ਚਾਅ ਹੈ। ਬਾਹਰ ਵੀ ਸੰਗਤਾਂ ਸੁਣਦੀਆਂ ਤੇ ਬਾਹਰਲੀਆਂ ਸੰਗਤਾਂ ਫਿਰ ਸੇਵਾ ਵੀ ਕਰਦੀਆਂ। ਤੇ ਇਸ ਤਰ੍ਹਾਂ ਉਹ ਸਾਨੂੰ ਇਸ ਵੱਲ ਦੀ ਬੜੀ ਖੁਸ਼ੀ ਹੈ। ਸਾਡੇ ਜ਼ਿਮੀਂਦਾਰ ਤਾਂ ਵਿਚਾਰੇ ਪ੍ਰਸਾਦੇ ਪਾਣੀਆਂ ਦੀ ਕਰ ਸਕਦੇ ਆ ਤੇ ਦੂਜੀਆਂ ਸੇਵਾਵਾਂ ਬਾਹਰਲੀਆਂ ਸੰਗਤਾਂ ਕਰੀ ਜਾਂਦੀਆਂ। ਤੇ ਇਸ ਤਰ੍ਹਾਂ ਭਾਈ ਬਾਬਾ ਜੀ ਇਹ ਸੇਵਾ ਦਾ ਰੋਜ਼ਾ ਕਿਉਂ ਖੋਲ੍ਹਦੇ ਆ? ਸੰਗਤਾਂ ਦੇ ਪੁੰਨ ਵਧਾਉਣ ਵਾਸਤੇ। ਇਹਦੇ ਨਾਲ ਪੁੰਨ ਵੱਧਦੇ ਆ। ਇਹ ਰੋਜ਼ਾ ਤਾਂ ਖੁੱਲ੍ਹਦਾ। ਤੇ ਇਸ ਤਰ੍ਹਾਂ ਆਪਾਂ ਸਿਉਨੇ ਦੀ ਸੇਵਾ ਸ਼ੁਰੂ ਕੀਤੀ ਸੀ ਉੱਪਰ, ਤੇ ਹੁਣ ਸਿਉਨਾ ਕਿੰਨਾ ਮਹਿੰਗਾ ਹੋ ਗਿਆ। ਤੇ ਪਰ ਥੋੜ੍ਹੀ ਜਿਹੀ ਹਜੇ ਵਿੱਚ ਪੂਛ ਜੀ ਲਮਕਦੀ ਹੈ, ਉਹ ਵੀ ਬਾਬਾ ਜੀ ਮਿਹਰ ਕਰਨਗੇ ਪੂਰੀ ਹੋ ਜਾਵੇਗੀ। ਤੇ ਇਸ ਤਰ੍ਹਾਂ ਭਾਈ ਇਹ ਕਿਹਨੇ ਕਰਾਈ ਸੀ ਪਹਿਲਾਂ ਸੇਵਾ? ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ। ਸਾਰੇ ਗੁੰਮਚ 'ਤੇ ਜਦੋਂ ਸਿਉਨਾ ਲਵਾਇਆ ਸੀ ਉਦੋਂ ਕੀ ਬਚਨ ਕੀਤਾ ਸੀ? ਇਹ ਮੇਰੇ ਮਾਲਕ ਦੀ ਬਾਬਾ ਆਨੰਦ ਸਿੰਘ ਜੀ ਦੀ ਦਸਤਾਰ ਹੈ, ਇਹ ਵਚਨ ਕੀਤਾ ਸੀ। ਤੇ ਤਾਂ ਐਂ ਫਿਰ ਸਿਉਨਾ ਚੜ੍ਹਿਆ ਸੀ। ਤੇ ਹੁਣ ਭਾਈ ਦੂਜੀ ਵਾਰ ਚੜ੍ਹਿਆ। ਤੇ ਇਸ ਤਰ੍ਹਾਂ ਕੁਛ ਰਹਿੰਦਾ ਉਹ ਹੋ ਜਾਣਾ। ਤੇ ਇਹ ਤਾਂ ਬਾਬਿਆਂ ਦੀਆਂ ਕਿਰਪਾ ਹੈ। ਅਸੀਂ ਨਿਤਨੇਮ ਕਰਨਾ, ਇੱਕ ਅੰਮ੍ਰਿਤ ਜ਼ਰੂਰ ਛਕਣਾ। ਅੰਮ੍ਰਿਤ ਤੋਂ ਵਾਂਝੇ ਨਹੀਂ ਰਹਿਣਾ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਦੇਖ ਲਓ ਜ਼ਿੰਦਗੀਆਂ ਕਿਵੇਂ ਤੁਰੀਆਂ ਜਾਂਦੀਆਂ। ਜਿਵੇਂ ਮਾਲੀ ਹੁੰਦਾ ਹੈ, ਉਹ ਬੂਟੇ ਲਾਉਂਦਾ ਹੈ, ਕਿਸੇ ਨੂੰ ਪੁੱਟ ਕੇ ਇੱਧਰ ਲਾ ਦਿੰਦਾ, ਕਿਸੇ ਨੂੰ ਪੁੱਟ ਕੇ ਇੱਧਰ ਲਾ ਦਿੰਦਾ, ਕਿਸੇ ਪੌਦੇ ਨੂੰ ਕਲਮ ਕਰ ਦਿੰਦਾ। ਇਵੇਂ ਜਿਵੇਂ ਆਪਾਂ ਵੀ ਆਪਣਾ ਮਾਲੀ ਕੌਣ ਹੈ? ਆਪਣੇ ਮਾਲਕ ਗੁਰੂ ਨਾਨਕ। ਉਹਨਾਂ ਦੀ ਕੀ ਰਜਾ ਹੈ? ਉਹ ਵੱਡੇ ਨੂੰ ਸੱਦ ਲੈਣ, ਛੋਟੇ ਨੂੰ ਸੱਦ ਲੈਣ, ਇਹ ਤਾਂ ਉਹਨਾਂ ਦਾ ਹੁਕਮ ਹੈ। ਪਰ ਆਪਾਂ ਚੰਗਾ ਸਮਾਂ ਹੱਥੋਂ ਨਾ ਜਾਣ ਦੇਈਏ। ਆਪਣੇ ਇੱਕ ਮਹੰਤ ਜੀ ਹੁੰਦੇ ਸੀ ਟਾਹਲਾ ਸਾਹਿਬ ਵਾਲੇ, ਉਹਨਾਂ ਨੇ ਬੜੀ ਇੱਥੇ ਕਥਾ ਕੀਤੀ ਹੈ। 40 ਕਿੱਲੇ ਜਾਇਦਾਦ ਵੇਚ ਕੇ ਆਹ ਗੁਰਦੁਆਰੇ 'ਤੇ ਲਾਈ ਸੀ। ਮਹੰਤ ਜੀ ਟਾਹਲਾ ਸਾਹਿਬ ਤੋਂ ਸੀ। ਤੇ ਇਸ ਤਰ੍ਹਾਂ ਉਹਨਾਂ ਨੇ ਇੱਕ ਬਚਨ ਦੱਸਣਾ, ਜੇ ਤਾਂ ਕਹਿੰਦੇ ਬਣ ਜੇ ਚੰਗਾ ਫੁਰਨਾ, ਫਿਰ ਸੱਜੇ ਨੂੰ ਖੱਬਾ ਡੀਕੇ ਨਾ, ਉਹ ਕਰ ਲੈਣਾ ਚਾਹੀਦਾ। ਜੇ ਬਣ ਜੇ ਮਾੜਾ ਫੁਰਨਾ, ਫਿਰ ਰੁਕ ਜਾਣਾ ਚਾਹੀਦਾ। ਕਿਸੇ ਚੰਗੇ ਬੰਦੇ ਨਾਲ ਵਿਚਾਰ ਕਰ ਲੈਣੀ ਚਾਹੀਦੀ ਹੈ, ਉਹ ਮਾੜਾ ਸਮਾਂ ਟਲ ਜਾਂਦਾ। ਤੇ ਇਸ ਤਰ੍ਹਾਂ ਭਾਈ ਆਪਾਂ ਅੰਮ੍ਰਿਤ ਜ਼ਰੂਰ ਛਕਣਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਨਾਮ ਜਪੋ ਹਰ ਰੰਗ, ਨਾਮ ਜਪਣ ਕੋ ਜੇਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। ਇਹ ਲੱਖਾਂ ਨਾਲ ਵੀ ਸਵਾਸ ਹੱਥ 'ਚ ਨਹੀਂ ਆਉਂਦੇ। ਕਿਵੇਂ ਆਉਂਦੇ ਆ? ਮਹਾਂਪੁਰਸ਼ਾਂ ਦੇ ਹੁਕਮ ਨਾਲ। ਬਾਬਾ ਜੀ ਬਚਨ ਕਰਦੇ ਸੀ, ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚਿੱਤ। ਬਈ ਆਰਜਾ ਵੀ ਵਧੇਗੀ ਤੇ ਸਾਹਿਬ ਵੀ ਚਿੱਤ ਆਵੇਗਾ।
ਅਸੀਂ ਅੰਮ੍ਰਿਤ ਵੇਲਾ ਨਹੀਂ ਗਵਾਉਣਾ, ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ। ਤੇ ਜਿਹੜੇ ਸਾਡੇ ਨੌਜਵਾਨ ਹੈ, ਬੱਚੇ ਬੱਚੀਆਂ, ਉਹਨਾਂ ਨੇ ਮਾਤਾ ਪਿਤਾ ਦਾ ਹੁਕਮ ਮੰਨਣਾ ਹੈ, ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਹੈ, ਕਦੇ ਮਾਤਾ ਪਿਤਾ ਦਾ ਮੂੰਹ ਨਹੀਂ ਪਟਕਾਰਨਾ। ਤੇ ਬਾਬਾ ਜੀ ਨੇ ਬਾਣੀ ਦੇ ਅੰਦਰ ਪਹਿਲਾਂ ਮਾਂ ਦਾ ਨਾਂ ਲਿਆ। ਕਿਉਂ ਮਾਂ ਦਾ ਲਿਆ? ਮਾਂ ਇੱਕ ਐਸੀ ਚੀਜ਼ ਹੈ, ਜਦੋਂ ਤੋਂ ਉਹਨੂੰ ਬੱਚੇ ਦੀ ਮੈਦ ਹੁੰਦੀ ਹੈ ਉਦੋਂ ਤੋਂ ਵਿਚਾਰੀ ਅਰਦਾਸਾਂ ਕਰਦੀ ਰਹਿੰਦੀ ਹੈ, ਜੋਦੜੀਆਂ ਕਰਦੀ ਹੈ, ਹੇ ਸੱਚੇ ਪਾਤਸ਼ਾਹ ਬਾਬਾ ਜੀ ਮੈਨੂੰ ਜੋ ਵੀ ਤੁਸੀਂ ਬੱਚਾ ਬੱਚੀ ਦੇਵੋ ਉਹ ਸਿਆਣਾ ਹੋਵੇ, ਚੰਗਾ ਹੋਵੇ, ਉਹ ਕੋਈ ਲੰਗਾ ਟੁੱਡਾ ਨਾ ਹੋਵੇ, ਬਾਬਾ ਜੀ ਤੰਦਰੁਸਤ ਹੋਵੇ। ਤੇ ਫਿਰ ਸਾਰੀ ਉਮਰ ਵਿਆਹੁਣ ਵਾਸਤੇ ਅਰਦਾਸਾਂ ਕਰਦੀ ਰਹਿੰਦੀ ਹੈ ਕਿ ਜੇ ਉਸ ਮਾਂ ਨੂੰ ਕੋਈ ਮਾੜਾ ਕਹੇ ਉਹ ਤੇ ਰੱਬ ਦੀ ਖੁਸ਼ੀ ਹੋ ਜਾਵੇਗੀ? ਨਹੀਂ ਹੋਣੀ, ਰੱਬ ਦੀ ਖੁਸ਼ੀ ਨਹੀਂ ਹੁੰਦੀ। ਬਾਬਾ ਜੀ ਕਿਰਪਾ ਕਰਦੇ ਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਹੈ। ਜੇ ਮਾਤਾ ਪਿਤਾ ਖੁਸ਼ ਹੈ ਤਾਂ ਪਰਮੇਸ਼ਰ ਦੀ ਖੁਸ਼ੀ ਹੈ, ਜੇ ਮਾਤਾ ਪਿਤਾ ਖੁਸ਼ ਨਹੀਂ ਫਿਰ ਭਾਈ ਪਰਮੇਸ਼ਰ ਦੀ ਖੁਸ਼ੀ ਨਹੀਂ। ਇਸ ਲਈ ਗੁਰਮੁਖ ਪਿਆਰਿਓ, ਭਾਗਾਂ ਵਾਲਿਓ, ਨਸ਼ਿਆਂ ਤੋਂ ਬਚਣਾ। ਕਿੰਨੇ ਵੀ ਨਸ਼ੇ ਹੈ ਜਿਹੜੇ ਸਰੀਰ ਤੋਂ ਬਾਹਰ, ਕਈ ਨਸ਼ੇ ਅਸੀਂ ਸ਼ਰਾਬਾਂ ਪੀਂਦੇ ਹਾਂ, ਹੋਰ ਨਸ਼ੇ ਪੀਂਦੇ ਹਾਂ, ਬੜੇ ਮਾੜੇ ਨਸ਼ੇ ਆ, ਸਾਨੂੰ ਖਰਾਬ ਕਰਦੇ ਆ। ਬਾਬਾ ਜੀ ਕਿਰਪਾ ਕਰਦੇ ਸੀ, ਜਿਸ ਪੀਤਿਆਂ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਉਹਨੂੰ ਫਿਰ ਆਪਣੇ ਪਰਾਏ ਦਾ ਪਤਾ ਨਹੀਂ ਰਹਿੰਦਾ, ਉਹ ਫਿਰ ਧੱਕੇ ਖਾਣ ਵਾਲੀ ਗੱਲ ਹੈ। ਇਹਨਾਂ ਚੀਜ਼ਾਂ ਤੋਂ ਬਚਣਾ, ਮਾਸ ਮਿੱਟੀ ਤੋਂ ਬਚਣਾ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ, ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਜੇ ਮਾਨਸ ਦੇ ਪਾ ਕੇ ਜਾਨਵਰਾਂ ਦੀ ਰਤ ਪੀਂਦਾ ਹੈ, ਕੀ ਉਹਦਾ ਨਿਰਮਲ ਚਿੱਤ ਹੋ ਜਾਵੇਗਾ? ਨਹੀਂ ਹੋਵੇਗਾ। ਇਸ ਲਈ ਗੁਰਮੁਖ ਪਿਆਰਿਓ, ਸਾਰੇ ਭਾਗਾਂ ਵਾਲਿਓ, ਇੱਕ ਹਾਂ ਇਹ ਜਿਹੜੇ ਟੀਕੇ ਆ, ਸਰਕਾਰ ਟੀਕੇ ਲਾ ਰਹੀ ਹੈ, ਇਹ ਬਹੁਤ ਚੰਗੀ ਗੱਲ ਹੈ। ਕਿਤੇ ਇਹ ਨਾ ਸੋਚ ਲਿਓ, ਕਈ ਬੰਦੇ ਕਹਿੰਦੇ ਆ ਟੀਕਿਆਂ ਦੀ ਕੀ ਲੋੜ ਹੈ। ਨਾ ਬਈ, ਇਹ ਟੀਕੇ ਸਿਹਤ ਲਈ ਠੀਕ ਹੈ। ਜਿਹੜੇ ਆ ਵਾਇਰਲ ਜੇ ਵਿੱਚ ਫਿਰ ਰਹੇ ਆ ਨਾ, ਬਿਮਾਰੀਆਂ ਬਦਲਦੀਆਂ ਫਿਰਦੀਆਂ, ਇਹਨਾਂ ਨਾਲ ਲੜਨ ਵਾਸਤੇ ਉਹ ਫੌਜੀ ਜਰਾਸੀਮ ਸਾਡੇ ਅੰਦਰ ਤਿਆਰ ਹੋ ਜਾਣਗੇ। ਉਹ ਜਦੋਂ ਆਪਾਂ 2 ਟੀਕੇ ਲੱਗ ਗਏ ਫਿਰ ਤੰਦਰੁਸਤ ਹੋ ਰਹਾਂਗੇ। ਤੇ ਇਸ ਲਈ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ, ਸਾਰੇ ਟੀਕੇ ਲਵਾਓ, ਛੋਟਿਆਂ ਦੇ ਵੱਡਿਆਂ ਦੇ। ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਿਆ ਕਰੋ। ਤੇ ਜਦੋਂ ਜਿੱਥੇ ਕਿਤੇ ਕੋਈ ਢਿੱਲਾ ਮੱਠਾ ਨਜ਼ਰ ਆਉਂਦਾ, ਉੱਥੇ ਭਾਈ ਮੂੰਹ ਬੰਨ੍ਹ ਕੇ ਰੱਖਿਆ ਕਰੋ। ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਘਰਾਂ ਦੇ ਵਿੱਚ ਕੋਈ ਢਿੱਲਾ ਮੱਠਾ ਹੋ ਜਾਂਦਾ, ਡਰਦੇ ਮਾਰੇ ਡਾਕਟਰਾਂ ਕੋਲ ਨਹੀਂ ਜਾਂਦੇ, ਕਹਿ ਦਿੰਦੇ ਜੀ ਉੱਥੋਂ ਤਾਂ ਮਰ ਕੇ ਹੀ ਆਉਂਦਾ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਤੇ ਜਦੋਂ ਬੰਦਾ ਢਿੱਲਾ ਮੱਠਾ ਹੋਵੇ, ਕਿਸੇ ਨੂੰ ਰੇਜ਼ਾ ਨਸਲਾ ਹੁੰਦਾ, ਰੇਸਾ ਨਜਲਾ ਹੁੰਦਾ, ਕਿਸੇ ਨੂੰ ਮਾੜਾ ਮੋਟਾ ਬੁਖਾਰ, ਅੱਗੇ ਕਿਹੜਾ ਆਪਾਂ ਨੂੰ ਹੁੰਦੇ ਨਹੀਂ ਸੀ, ਹੁਣ ਵੀ ਹੋ ਜਾਂਦੇ ਆ। ਦਵਾਈ ਲੈ ਲਾਂਗੇ ਠੀਕ ਹੋ ਜਾਵਾਂਗੇ, ਜੇ ਘਰੇ ਰਹਾਂਗੇ ਉਹ ਕੰਮ ਵਿਗੜ ਜਾਂਦਾ, ਨਾਲੇ ਸਾਰੇ ਪਰਿਵਾਰ 'ਤੇ ਉਹਦੀ ਹਵਾ ਜੀ ਫਿਰ ਜਾਂਦੀ ਹੈ। ਇਸ ਲਈ ਕੋਈ ਬੰਦਾ ਢਿੱਲਾ ਮੱਠਾ ਆਉਂਦਾ, ਫੌਰਨ ਡਾਕਟਰ ਕੋਲੇ ਜਾਓ, ਦਵਾਈ ਬੂਟੀ ਲੈ ਲਓ। ਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ, ਸਭ ਤੋਂ ਜ਼ਰੂਰੀ ਜਿਹੜੀ ਵੱਡੀ ਦਵਾਈ ਹੈ ਉਹ ਇਹ ਹੈ ਕਿ ਨਿਤਨੇਮ ਨਾ ਛੱਡੋ। ਅੰਮ੍ਰਿਤ ਵੇਲੇ ਉੱਠ ਕੇ
ਗੁਰੂ ਨਾਨਕ ਸਾਹਿਬ ਦਾ ਫੋਟੋ ਰੱਖੋ, ਉਹਨਾਂ ਦੇ ਚਰਨਾਂ ਦਾ ਧਿਆਨ ਕਰੋ। ਫਿਰ ਬਾਬਾ ਜੀ ਦੀ ਬਾਣੀ ਹੈ, ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ। ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਜਿਹਨੇ ਪੂਰੇ ਗੁਰੂ ਦੀ ਆਪਣਾ ਆਪ ਭੇਟ ਕਰਤਾ, ਉਹ ਫਿਰ ਰੋਂਦਾ ਨਹੀਂ। ਤੇ ਜਿਹੜੇ ਵੱਡੇ ਲੋਕ ਹੈ, ਆ ਜਿਵੇਂ ਆ ਸਾਡੇ ਵਿਚਾਰੇ ਜ਼ਿਮੀਂਦਾਰ ਬਾਰਡਰਾਂ ਤੇ ਬੈਠੇ ਆ, ਉਹਨਾਂ ਨੂੰ ਦੁਖੀ ਕਰਦੇ ਆ, ਵੋਟਾਂ ਦੇ ਰਾਜ ਨਾਲ ਬਣੇ ਹੋਏ ਆ। ਫਿਰ ਉਹਨਾਂ ਲੋਕਾਂ ਨਾਲ ਕੀ ਹੋਣਾ? ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਐ, ਬਹਿ ਲੇਖਾ ਕਰ ਸਮਝਾਇਆ। ਇਹ ਲੋਕਾਂ ਦੀ ਜਦੋਂ ਹੋਈ ਨਾ ਧੂ ਘੜੀਸ, ਧਰਮਰਾਜ ਦੇ ਸਾਹਮਣੇ ਗਿਆ। ਫਿਰ ਧਰਮਰਾਜ ਨੇ ਕਹਿਣਾ, ਤੈਨੂੰ ਚੰਗੇ ਪੁੰਨ ਬਣਾ ਕੇ ਭੇਜਿਆ ਸੀ, ਤੈਨੂੰ ਰਾਜ ਗੱਦੀ ਤੇ ਵੀ ਬਹਾਇਆ ਸੀ, ਪਰ ਤੂੰ ਲੋਕਾਂ ਨਾਲ ਚੰਗਾ ਨਹੀਂ ਵਿਤਕਰਾ ਕੀਤਾ, ਤੇਰੇ ਸਾਰੇ ਕਾਟੇ ਹੀ ਵੱਜੇ ਆ, ਹੁਣ ਤੂੰ ਨਰਕਾਂ ਦਾ ਅਧਿਕਾਰੀ ਆ। ਇਹ ਜਾਨੂੰ ਫਿਰ ਨਰਕਾਂ ਵਿੱਚ ਸਿੱਟਿਆ ਜਾਂਦਾ। ਇਸ ਲਈ ਭਾਈ ਸਾਰੇ ਭਾਗਾਂ ਵਾਲਿਓ, ਜਿੰਨੀਆਂ ਵੀ ਸੰਗਤਾਂ ਆਏ ਹੋ, ਆਪਸ ਵਿੱਚ ਹੀ ਪਿਆਰ ਰੱਖਿਆ ਕਰੋ। ਬਾਬਾ ਜੀ ਦਾ ਬਚਨ ਹੈ, ਮਿਲਵੇ ਕੀ ਮਹਿਮਾ ਬਰ ਨਾ ਸਕੋ, ਨਾਨਕ ਪਰੇ ਪ੍ਰੀਲਾ। ਜਿਹੜਾ ਬੰਦਾ ਮਿਲ ਕੇ ਰਹਿੰਦਾ, ਪਿਆਰ ਨਾਲ ਰਹਿੰਦਾ, ਤੇ ਉਹਨਾਂ ਦੀ ਭਾਈ ਅਗਲੇ ਵਡਿਆਈ ਕਰਦੇ ਆ। ਭਾਗਾਂ ਵਾਲਿਓ, ਜਿੰਨੀਆਂ ਸੰਗਤਾਂ ਆਏ ਹੋ, ਨਾਨਕਸਰ ਵਿੱਚ ਆਉਣਾ, ਸੱਚੇ ਹਿਰਦੇ ਨਾਲ ਅਰਦਾਸ ਬੇਨਤੀ ਕਰਨੀ, ਫਿਰ ਬਾਬਾ ਜੀ ਉਹਨਾਂ 'ਤੇ ਮਿਹਰਾਂ ਕਰ ਦਿੰਦੇ ਆ। ਅੰਮ੍ਰਿਤ ਵੇਲੇ ਉੱਠਣਾ, ਸਾਰੇ ਦਰਗਾਹੀ ਪ੍ਰਸਾਦ ਲੈ ਕੇ ਜਾਓ। ਹਰ ਵੇਰੀ ਦੱਸਦੇ ਆ ਦਰਗਾਹੀ ਪ੍ਰਸਾਦ ਕੀ ਹੈ, 3 ਮੇਲ ਦਾ ਤਾਂ ਤੁਹਾਨੂੰ ਮਿਲ ਹੀ ਜਾਣਾ। ਤੇ ਇਸ ਤਰ੍ਹਾਂ ਭਾਈ ਦਰਗਾਹੀ ਪ੍ਰਸਾਦ ਹੈ ਬਈ ਮਹੀਨਾ ਭਰ ਪਾਠ ਕਰਨਾ, ਜਾਂ 2 ਸੁਖਮਨੀ ਸਾਹਿਬ ਦੇ ਪਾਠ, ਜਾਂ ਜਪਜੀ ਸਾਹਿਬ ਦੇ ਰੋਜ਼ 10 ਪਾਠ, 250 ਪਾਠ ਮਹੀਨੇ ਵਿੱਚ, ਤੇ ਜਾਂ ਮੂਲ ਮੰਤਰ ਦਾ ਪਾਠ। ਤੇ ਇਸ ਤਰ੍ਹਾਂ 108 ਮਣਕੇ ਦੀ ਮਾਲਾ, 6 ਮਾਲਾ ਰੋਜ਼ ਫੇਰਨੀਆਂ, ਜਾਂ ਵਾਹਿਗੁਰੂ ਸਾਹਿਬ ਦੀਆਂ 80 ਮਾਲਾ, ਜਾਂ ਰਾਮ ਰਾਮ ਦੀਆਂ ਕੋਈ ਹਿੰਦੂ ਭਾਈ ਹੈ 160 ਮਾਲਾ। ਇਹ ਬਾਬਾ ਜੀ ਦਰਗਾਹੀ ਪ੍ਰਸਾਦ ਦੱਸਦੇ ਸੀ। ਤੇ ਆਪਾਂ ਸਾਰੀ ਸੰਗਤ, ਗੁਰੂ ਨਾਨਕ ਸਾਡੇ ਵੱਲ ਤੱਕ ਰਹੇ ਆ, ਸੱਚਖੰਡ ਵਿੱਚ ਬੈਠੇ। ਬਾਬਾ ਜੀ ਕਹਿੰਦੇ ਸੀ, ਇਹ ਨਕਸ਼ਾ ਤੱਕ ਲਓ, ਕਿਤੇ ਵੀ ਦੁੱਖ ਤਕਲੀਫ ਆਉਂਦਾ, ਇਹ ਨਾਨਕਸਰ ਦਾ ਨਕਸ਼ਾ ਆਪਣੇ ਹਿਰਦੇ ਵਿੱਚ ਫੋਟੋ ਲਾ ਲਓ, ਉੱਥੇ ਹੀ ਖੜ ਕੇ ਅੱਖਾਂ ਮੀਚ ਕੇ ਅਰਦਾਸ ਕਰ ਦਿਓ ਗੁਰੂ ਨਾਨਕ ਦੇ ਚਰਨਾਂ 'ਚ। ਗੁਰੂ ਨਾਨਕ ਸਾਡੀ ਬਾਂਹ ਫੜੇਗਾ। ਕਿਹੜੀ ਬਾਂਹ? ਜਿਹੜੀ ਬਾਂਹ ਅਸੀਂ ਖੜੀ ਕਰਦੇ ਹਾਂ। ਇਸ ਲਈ ਹੁਣ ਸਾਰੀ ਸੰਗਤ ਨੇ ਪਿਆਰ ਦਾ ਸਬੂਤ ਦੇਣਾ ਹੈ। ਗੁਰੂ ਨਾਨਕ ਜਿਵੇਂ ਏਕ ਨਜ਼ਰ ਤਾਰੇ ਗੁਰ ਪੂਰਾ, ਇਹਨਾਂ ਦੀ ਇੱਕ ਨਜ਼ਰ ਵੀ ਸਾਡੇ ਬੇੜੇ ਪਾਰ ਕਰ ਦੇਵੇਗੀ। ਸਾਰੀ ਸੰਗਤ ਨੇ, ਕੋਈ ਸੁੱਤਾ ਪਿਆ ਉਹਨੂੰ ਵੀ ਹਿਲਾਉਣ ਦਿਓ, ਹਾਜ਼ਰੀ ਲੱਗ ਜੇ। ਸਾਰੀ ਸੰਗਤ ਨੇ ਬਾਹਾਂ ਖੜੀਆਂ ਕਰਕੇ ਪਿਆਰ ਦਾ ਸਬੂਤ ਦੇਣਾ। ਇਹ ਨਾ ਹੋਵੇ ਕੋਈ ਰਹਿ ਜਾਵੇ, ਤੇ ਜਿਹੜੇ ਸੁੱਤੇ ਆ ਉਹਨਾਂ ਨੂੰ ਵੀ ਠਾ ਦਿਓ। ਇਹ ਬਾਬਾ ਜੀ ਕਿਰਪਾ ਕਰਦੇ ਸੀ। ਬਾਂਹ ਜਿਨ੍ਹਾਂ ਦੀ ਪਕੜੀ ਆ, ਸਿਰ ਦੀਜੇ ਬਾਂਹ ਨਾ ਸੋਡੀਆ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈ ਆ ਧਰਮ ਨਾ ਸੋਡੀਆ। ਹਾਂ ਸਾਬਾਸੇ, ਆਪਾਂ ਆਪਣਾ ਧਰਮ ਛੱਡਣਾ ਨਹੀਂ, ਕਿਸੇ ਦੇ ਧਰਮ ਨੂੰ ਠੇਸ ਨਹੀਂ ਮਾਰਨੀ। ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।